हाँ जी दोस्तों, पटवारी ਦੇ ਪੇਪਰ ਵਾਸਤੇ ਜਿਹੜੇ ਕੰਪਿਊਟਰ ਦੀ ਲੈਕਚਰ ਸੀਰੀਜ਼ ਆਪਾਂ ਸਟਾਰਟ ਕੀਤੀ ਆ, ਉਹਦੇ ਵਿੱਚ ਦੂਸਰਾ ਲੈਕਚਰ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ, ਜਿਹਦੇ ਵਿੱਚ ਆਪਾਂ ਕੰਪਿਊਟਰ ਦੀਆਂ ਕਿਸਮਾਂ ਬਾਰੇ ਪੜ੍ਹਨਾ ਹੈ। ਮੈਂ ਲਵਪ੍ਰੀਤ ਸਿੰਘ ਬਰਨਾਲੇ ਤੋਂ। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕੀ ਕਰਨਾ ਹੈ। ਤਾਂ ਬੇਸਿਕਲੀ ਕਲਾਸਿਕ ਕੰਪਿਊਟਰ ਦੇ ਜਿਹੜੇ ਟਾਈਪ ਨੇ, ਕਿਸਮਾਂ ਨੇ, ਉਹਦੇ ਆਧਾਰ 'ਤੇ ਕੁਝ ਕੁ ਕੁਐਸਚਨ ਆਪਣੇ ਕੋਲੇ ਆਉਂਦੇ ਨੇ, ਜਿਵੇਂ ਕਿ ਕਿਹੜਾ ਕੰਪਿਊਟਰ ਹੈ ਜਿਹੜਾ 0 1 'ਤੇ ਕੰਮ ਕਰਦਾ ਡਿਜੀਟਲ ਡਾਟੇ 'ਤੇ, ਅਤੇ ਮਿਨੀ ਕੰਪਿਊਟਰ ਦੇ ਵਿੱਚ ਕਿੰਨੇ ਬੰਦੇ ਇਕੱਠੇ ਕੰਮ ਕਰ ਸਕਦੇ ਨੇ। ਇਸ ਤਰ੍ਹਾਂ ਦੇ ਕੁਐਸਚਨ ਆ ਗਏ। ਵਰਕ ਸਟੇਸ਼ਨ ਦੀ ਕੀ ਪ੍ਰੋਪਰਟੀ ਹੈ, ਇਹਨਾਂ ਚਾਰਾਂ ਦੇ ਵਿੱਚੋਂ ਵਰਕ ਸਟੇਸ਼ਨ ਜਿਹੜਾ ਹੈ ਉਹ ਕਿਹਦੇ ਨਾਲ ਆਉਂਦਾ ਹੈ, ਮਤਲਬ ਕੀ ਚੀਜ਼ ਉਹਦੇ 'ਚ ਹੁੰਦੀ ਹੈ। ਅਤੇ ਮੇਨ ਫਰੇਮ ਸਿਸਟਮ ਆ ਗਏ ਇੱਕ, ਕਿ ਮੇਨ ਫਰੇਮ ਤੋਂ ਥੱਲੇ ਵਾਲੀ ਕੈਟਾਗਰੀ ਦਾ ਸਿਸਟਮ ਜਿਹੜਾ ਹੈ ਪੁੱਛਿਆ ਹੋਇਆ ਉਹ ਕਿਹੜਾ ਹੈ। PDA ਕੀ ਹੁੰਦੇ ਨੇ, ਅਤੇ ਮਲਟੀਪਲ ਯੂਜ਼ਰ ਜਿਹੜੇ ਹੈਗੇ ਨੇ ਕਿਹੜੇ ਸਿਸਟਮ 'ਚ ਨਹੀਂ ਸਪੋਰਟ ਕਰਦੇ, ਅਤੇ ਵੈਦਰ ਫੋਰਕਾਸਟਿੰਗ ਵਾਸਤੇ ਕਿਹੜਾ ਕੰਪਿਊਟਰ ਹੈ ਵਰਤਿਆ ਜਾਂਦਾ। ਇਹਨਾਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਵੀ ਆਪਾਂ ਦੇਖਾਂਗੇ, ਅਤੇ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਹੋਰ ਵੀ MCQ ਅੱਗੇ 15-20 ਹੈਗੇ ਨੇ ਇਸ ਲੈਕਚਰ ਦੇ ਐਂਡ 'ਤੇ, ਉਹ ਵੀ ਆਪਾਂ ਦੇਖਾਂਗੇ। ਤਾਂ ਸ਼ੁਰੂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ, ਜ਼ਿਆਦਾ ਪੁਰਾਣਾ ਨਹੀਂ, ਮਤਲਬ ਜਦੋਂ ਕੰਪਿਊਟਰ ਦੀ ਪੂਰੀ ਚਰਮ ਸੀਮਾ 'ਤੇ ਸੀਗਾ ਇਹਦਾ ਐਵੋਲਿਊਸ਼ਨ, ਬੇਸਿਕਲੀ ਸਪੀਡ ਅਤੇ ਕਾਸਟ ਦੇ ਆਧਾਰ 'ਤੇ ਕੰਪਿਊਟਰ ਕੈਟਾਗਰਾਈਜ਼ ਕੀਤੇ ਜਾਂਦੇ ਸੀਗੇ, ਸਾਈਜ਼ ਦੇ ਆਧਾਰ 'ਤੇ ਵੀ। ਕੰਪਿਊਟਰ ਵੱਡੇ ਹੁੰਦੇ ਸੀਗੇ ਉਸ ਟਾਈਮ। ਪਹਿਲੀ ਜਨਰੇਸ਼ਨ ਦੇ ਦੌਰਾਨ ਵੈਕਿਊਮ ਟਿਊਬ ਵਰਤੀਆਂ ਜਾਂਦੀਆਂ ਸੀਗੀਆਂ, ਇਸ ਲਈ ਨੋਰਮਲ ਕੰਪਿਊਟਰ ਜਿਹੜੇ ਆਪਾਂ ਘਰਾਂ ਦੇ ਵਿੱਚ ਜਾਂ ਆਫਿਸ ਦੇ ਵਿੱਚ ਦੇਖਦੇ ਹਾਂ, ਉਨੇ ਕੁ ਕੰਮ ਕਰਨ ਵਾਸਤੇ ਵੀ ਕੰਪਿਊਟਰ ਕਈ ਕਮਰਿਆਂ ਜਿੱਡੇ ਹੁੰਦੇ ਸੀਗੇ। ਤਾਂ ਉਹ ਚੀਜ਼ਾਂ ਨੂੰ ਛੱਡ ਕੇ ਆਪਾਂ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਕਲਾਸੀਫਿਕੇਸ਼ਨ ਕਰਨੀ ਹੈ, ਉਹ ਉਹਨਾਂ ਦੀ ਹੋਰ ਤਰੀਕੇ ਨਾਲ ਆਪਾਂ ਕਰਦੇ ਹਾਂ। ਆਪਾਂ ਉਹਨਾਂ ਦੀ ਇੱਕ ਤਾਂ ਵਰਤੋਂ ਦੇ ਹਿਸਾਬ ਨਾਲ ਕਰਾਂਗੇ, ਅਤੇ ਇੱਕ ਉਹਨਾਂ ਦੀ ਸਪੀਡ ਦੇ ਹਿਸਾਬ ਨਾਲ ਆਪਾਂ ਜਾਂ ਕਿ ਇੱਕ ਪਾਵਰ ਦੇ ਹਿਸਾਬ ਨਾਲ ਇਹਦੀ ਕਲਾਸੀਫਿਕੇਸ਼ਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਕੰਪਿਊਟਰ ਜਿਹੜਾ ਹੈਗਾ ਉਹ ਕਿਸ ਪ੍ਰਿੰਸੀਪਲ 'ਤੇ ਕੰਮ ਕਰਦੇ ਨੇ, ਉਹਦੇ ਆਧਾਰ 'ਤੇ ਤਿੰਨ ਤਰ੍ਹਾਂ ਦੇ ਆਉਂਦੇ ਨੇ: ਐਨਾਲੌਗ, ਡਿਜੀਟਲ ਅਤੇ ਹਾਈਬ੍ਰਿਡ। ਮਤਲਬ ਇਹਨਾਂ 'ਚ ਸਿਧਾਂਤ ਕੀ ਹੈ, ਉਸ ਤਿੰਨ ਸਿਧਾਂਤਿਕ ਤੌਰ 'ਤੇ ਆਪਾਂ ਵਖਰੇਵਾਂ ਕਰ ਸਕਦੇ ਹਾਂ। ਦੂਸਰਾ ਹੈਗਾ ਕਿ ਡਿਜੀਟਲ ਕੰਪਿਊਟਰ ਦੀਆਂ ਅੱਗੇ ਇਹ ਵੱਖ-ਵੱਖ ਤਰ੍ਹਾਂ ਦੀਆਂ ਕੈਟਾਗਰੀਆਂ ਆਉਂਦੀਆਂ ਨੇ। ਪਰਪਜ਼ ਵਾਈਜ਼ ਆਉਂਦੀ ਹੈ ਇੱਕ, ਤਾਂ ਕੰਮ ਵਾਈਜ਼, ਕਿ ਸਪੈਸ਼ਲ ਪਰਪਜ਼ ਨੇ ਅਤੇ ਜਨਰਲ ਪਰਪਜ਼ ਨੇ। ਅਤੇ ਇੱਕ ਹੈਗੇ ਨੇ ਸਾਈਜ਼ ਅਤੇ ਪਰਫੋਰਮੈਂਸ ਵਾਈਜ਼ ਕੈਟਾਗਰੀਆਂ ਬਣਾਈਆਂ ਹੋਈਆਂ, ਮਾਈਕਰੋ, ਮਿਨੀ, ਮੇਨ ਫਰੇਮ ਅਤੇ ਸੁਪਰ ਕੰਪਿਊਟਰ। ਤਾਂ ਇਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਅੱਗੇ ਐਨਾਲੌਗ ਕੰਪਿਊਟਰ ਕੀ ਹੁੰਦੇ ਨੇ, ਜਿਹੜੇ ਕਿ ਕਿਸੇ ਤਰੀਕੇ ਦਾ ਮੈਜ਼ਰਮੈਂਟ ਕਰਕੇ ਡਾਟਾ ਕੈਲਕੂਲੇਟ ਕਰਨਾ। ਮਤਲਬ ਆਪਣੇ ਕੋਲ ਇਹਦੇ ਵਿੱਚ ਡਿਜੀਟਲ ਫਾਰਮ ਜਾਂ ਕਿਸੇ ਤਰ੍ਹਾਂ ਦਾ ਇਲੈਕਟ੍ਰੋਨਿਕ ਇਕੁਇਪਮੈਂਟ ਨਹੀਂ ਹੁੰਦਾ। ਜਿਵੇਂ ਆਪਾਂ ਕਾਰਾਂ ਦੇ ਵਿੱਚ ਦੇਖਦੇ ਹਾਂ, ਸਪੀਡੋਮੀਟਰ ਹੁੰਦਾ ਕਾਰ ਸਕੂਟਰ ਦੇ ਵਿੱਚ ਲੱਗਿਆ ਹੋਇਆ, ਉਹ ਆਟੋਮੈਟਿਕਲੀ ਮੈਨੂੰ ਕੈਲਕੂਲੇਟ ਕਰਕੇ ਦੱਸਦਾ ਰਹਿੰਦਾ ਕਿ ਕਿੰਨੇ ਕਿਲੋਮੀਟਰ ਮੇਰਾ ਮੋਟਰਸਾਈਕਲ ਚੱਲ ਪਿਆ। ਉਹ ਵੀ ਇੱਕ ਤਰ੍ਹਾਂ ਨਾਲ ਕੰਪਿਊਟ ਹੀ ਕਰ ਰਿਹਾ। ਕੰਪਿਊਟਰ ਦੀ ਜਿਹੜੀ ਡੈਫੀਨੇਸ਼ਨ ਆਪਾਂ ਪਿਛਲੀ ਵੀਡੀਓ 'ਚ ਕਰੀ ਸੀ ਕਿ ਇਹਦਾ ਕੰਮ ਹੈ ਕੈਲਕੂਲੇਟ ਕਰਨਾ, ਤਾਂ ਉਹ ਸਪੀਡੋਮੀਟਰ ਵੀ ਇੱਕ ਕੈਲਕੂਲੇਸ਼ਨ ਦਾ ਕੰਮ ਹੀ ਕਰ ਰਿਹਾ, ਪਰ ਉਹਦੇ 'ਚ ਕੋਈ ਵੀ ਇਲੈਕਟ੍ਰੋਨਿਕ ਇਕੁਇਪਮੈਂਟ ਨਹੀਂ ਵਰਤਿਆ ਗਿਆ। ਉਹਦੇ 'ਚ ਗਰਾਰੀਆਂ ਹੁੰਦੀਆਂ ਨੇ, ਜੋ ਨਾਲ ਉਹ ਸਪੀਡੋਮੀਟਰ ਸਪੀਡ ਵੀ ਦੱਸਦਾ ਕਿ ਕਿੰਨੀ ਦੀ ਰਫ਼ਤਾਰ 'ਤੇ ਮੈਂ ਗੱਡੀ ਜਾਂ ਮੋਟਰਸਾਈਕਲ ਚਲਾ ਰਿਹਾ। ਤਾਂ ਉਹ ਬੇਸਿਕਲੀ ਐਨਾਲੌਗ ਕੰਪਿਊਟਰ ਉਹ ਹੁੰਦੇ ਨੇ ਜਿਹੜੇ ਕਿਸੇ ਤਰ੍ਹਾਂ ਦਾ ਸਾਇੰਟੀਫਿਕ ਫਿਨੋਮੀਨਾ ਵਰਤਣ। ਵੋਲਟੇਜ ਹੋ ਗਿਆ, ਪ੍ਰੈਸ਼ਰ ਹੋ ਗਿਆ, ਫਲੋ ਹੋ ਗਿਆ, ਉਹਨਾਂ ਚੀਜ਼ਾਂ ਨੂੰ ਦੇਖ ਕੇ ਵਰਤਣ। ਅੱਜ ਦੀ ਲੈਕਚਰ ਦੇ ਵਿੱਚ ਆਪਾਂ ਨੇ ਇਹਦੇ ਵਿੱਚ ਪੰਜਾਬੀ ਦੇ ਨਾਲ ਅੰਗਰੇਜ਼ੀ ਦੇ ਨਾਲ ਪੰਜਾਬੀ ਦੇ ਵਿੱਚ ਵੀ ਸਾਰਾ ਮੈਟਰ ਜਿਹੜਾ ਹੈ ਤਿਆਰ ਕੀਤਾ। ਤਾਂ ਕਾਰ ਸਪੀਡੋਮੀਟਰ ਹੋ ਗਿਆ, ਥਰਮਾਮੀਟਰ ਹੋ ਗਿਆ, ਵੋਲਟੇਜ ਮੀਟਰ ਹੋ ਗਿਆ, ਬਲੱਡ ਪ੍ਰੈਸ਼ਰ ਚੈੱਕ ਕਰਦੇ ਨੇ ਜਿਹੜਾ ਡਾਕਟਰ, ਉਹ ਵੀ ਇੱਕ ਐਨਾਲੌਗ ਕੰਪਿਊਟਰ ਦੀ ਹੀ ਇੱਕ ਐਗਜ਼ਾਮਪਲ ਹੈ। ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਅਲਾਰਮ ਕਲੌਕ ਹੋਇਆ ਕਰਦੇ ਸੀਗੇ ਮਕੈਨੀਕਲ, ਜਿਹਨੂੰ ਚਾਬੀ ਦੇ ਕੇ ਚਲਾਇਆ ਕਰਦੇ। ਉਹ ਵੀ ਇੱਕ ਤਰ੍ਹਾਂ ਨਾਲ ਆਪਣਾ, ਅੱਜ ਕੱਲ੍ਹ ਤਾਂ ਫੋਨਾਂ ਦੇ ਵਿੱਚ ਚਲੋ ਅਲਾਰਮ ਵੈਸੇ ਲਾ ਦਿੰਦੇ ਆ, ਪਰ ਉਹ ਵੀ ਇੱਕ ਕੰਪਿਊਟਰ ਦਾ ਹੀ ਕੰਮ ਕਰਦਾ ਸੀ। ਜਿੰਨੇ ਵਜੇ ਦਾ ਅਲਾਰਮ ਲਾਇਆ, ਜਦੋਂ ਉਹ ਟਾਈਮ ਪੂਰਾ ਹੋ ਗਿਆ ਉਦੋਂ ਉਸਨੇ ਘੰਟੀ ਵਜਾ ਦੇਣੀ ਸੀ। ਤਾਂ ਇਹ ਸਾਰੇ ਕੰਪਿਊਟਰ ਨੇ ਜਿਹੜੇ ਇਹ ਐਨਾਲੌਗ ਦੀ ਕੈਟਾਗਰੀ ਦੇ ਵਿੱਚ। ਇੱਕ ਤੁਸੀਂ ਦੇਖਿਆ ਸੁਣਿਆ ਹੋਊਗਾ ਰਿਕਟਰ ਸਕੇਲ। ਰਿਕਟਰ ਸਕੇਲ ਹੁੰਦਾ ਜਿਹੜਾ ਕਿ ਭੂਚਾਲ ਨੂੰ ਮਾਪਣ ਦਾ ਕੰਮ ਕਰਦਾ, ਉਹ ਡਿਵਾਈਸ ਵੀ ਐਨਾਲੌਗ ਮੈਜ਼ਰਮੈਂਟ ਹੀ ਕਰਦੀ ਹੈ। ਤਾਂ ਇਹ ਕੁਝ ਐਗਜ਼ਾਮਪਲਾਂ ਨੇ ਇਹਦੀਆਂ। ਗ੍ਰਾਫ ਦੀ ਫਾਰਮ ਦੇ ਵਿੱਚ ਮੈਨੂੰ ਆਊਟਪੁੱਟ ਸ਼ੋਅ ਕੀਤੀ ਜਾਂਦੀ ਹੈ, ਜਾਂ ਕਿਸੇ ਤਰ੍ਹਾਂ ਦੀ ਮੀਟਰ ਦੇ ਉੱਤੇ ਰੀਡਿੰਗ ਆਉਂਦੀ ਹੈ ਕਿ ਵੋਲਟੇਜ ਜਾਂ ਮੇਰੀ ਸਪੀਡ ਹੈ ਜਿਹੜੀ ਉਹ ਕਿੰਨੀ ਵੱਧ ਘੱਟ ਹੈ। ਦੂਸਰੀ ਤਰ੍ਹਾਂ ਦੇ ਆਉਂਦੇ ਨੇ ਡਿਜੀਟਲ ਕੰਪਿਊਟਰ, ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਡਾਟਾ ਪ੍ਰੋਸੈਸਿੰਗ ਦਾ ਕੰਮ ਹੁੰਦਾ ਹੈ, ਇਲੈਕਟ੍ਰੋਨਿਕ ਪ੍ਰੋਸੈਸਿੰਗ ਕੀਤੀ ਜਾਂਦੀ ਹੈ, ਅਤੇ ਡੈਸੀਮਲ ਬਾਈਨਰੀ ਡਿਜਿਟ ਦੇ ਵਿੱਚ ਡਾਟਾ ਪ੍ਰੋਸੈਸ ਕੀਤਾ ਜਾਂਦਾ ਹੈ। ਐਨਾਲੌਗ ਦੇ ਮੁਕਾਬਲੇ ਇਹ ਇਹਨਾਂ ਦੀ ਡਾਟਾ ਰੇਟ ਹੈ ਜਿਹੜੀ ਪ੍ਰੋਸੈਸਿੰਗ ਸਪੀਡ ਉਹ ਫਾਸਟ ਹੁੰਦੀ ਹੈ। ਡਿਜੀਟਲ ਕੰਪਿਊਟਰ ਜਿਹੜੇ ਹੈਗੇ ਨੇ, ਜਿਵੇਂ ਆਪਾਂ ਕੈਲਕੂਲੇਟਰ ਵਰਤਦੇ ਹਾਂ, ਜਾਂ ਇਹ ਇੱਕ ਅਲਾਰਮ ਕਲੌਕ ਆ ਗਿਆ ਜਿਹੜਾ ਕਿ ਡਿਜੀਟਲ ਤਰੀਕੇ ਨਾਲ ਕੰਮ ਕਰਦਾ। ਆਪਣੇ ਬਾਕੀ ਸਾਰੇ ਕੰਪਿਊਟਰ ਜਿਹੜੇ ਆਪਾਂ ਅੱਗੇ ਪੜ੍ਹਨੇ ਨੇ ਉਹ ਡਿਜੀਟਲ ਕੈਟਾਗਰੀ ਦੇ ਹੀ ਆਉਂਦੇ ਨੇ। ਇੱਕ ਹੈਗੇ ਨੇ ਹਾਈਬ੍ਰਿਡ ਕੰਪਿਊਟਰ, ਕੋਈ ਇਸ ਤਰ੍ਹਾਂ ਦਾ ਸਿਸਟਮ ਜਿਹਦੇ ਵਿੱਚ ਇਹ ਦੋਨੋਂ ਤਰ੍ਹਾਂ ਦੇ ਹੀ ਪ੍ਰਿੰਸੀਪਲ ਨੂੰ ਵਰਤ ਕੇ ਬਣਾਇਆ ਜਾਂਦਾ। ਇਹ ਵੀ ਆਟੋਮੈਟਿਕ ਹੁੰਦੇ ਨੇ। ਇਹਨਾਂ ਦੇ ਵਿੱਚ ਆਪਾਂ ਕਹਿ ਦਈਏ ਕਿ ਕਿਸੇ ਸਿਸਟਮ ਇੱਦਾਂ ਦਾ ਲਾਇਆ ਜਿਹਦੇ 'ਚ ਐਨਾਲੌਗ ਸਿਸਟਮ ਡਾਟਾ ਭੇਜ ਰਿਹਾ ਅਤੇ ਡਿਜੀਟਲ ਸਿਸਟਮ ਉਹਦੇ ਉੱਤੇ ਡਿਸੀਜਨ ਲੈ ਕੇ ਕੋਈ ਨਾ ਕੋਈ ਕੰਮ ਕਰ ਰਿਹਾ। ਤਾਂ ਦੋਨਾਂ ਦਾ ਹਾਈਬ੍ਰਿਡ ਕੰਬੀਨੇਸ਼ਨ ਜਿਹੜਾ ਹੈ ਉਹ ਆਪਾਂ ਇਹਦੇ ਵਿੱਚ ਬਣਾਉਂਦੇ ਹਾਂ। ਜਿਵੇਂ ਆਪਣੇ ਕੋਲੇ ਹੋ ਗਿਆ ਪੇਸ਼ੈਂਟ ਦਾ ਇੰਟੈਂਸਿਵ ਕੇਅਰ ਯੂਨਿਟ, ਆਪਾਂ ICU ਵਗੈਰਾ ਦੇ ਵਿੱਚ ਦੇਖਦੇ ਹਾਂ, ਉਹ ਇੱਕ ਡਿਵਾਈਸ ਜੀ ਲੱਗੀ ਹੁੰਦੀ ਹੈ ਜਿਹੜੀ ਕਿ ਰੀਡਿੰਗ ਲਈ ਜਾਂਦੀ ਆ, ਔਰ ਉਹ ਸਕਰੀਨ ਦੇ ਉੱਤੇ ਸਾਰਾ ਕੁਛ ਉਹਦਾ BP ਹੋ ਗਿਆ, ਬਲੱਡ ਪ੍ਰੈਸ਼ਰ, ਆਪਣਾ ਸ਼ੂਗਰ ਲੈਵਲ ਹੋ ਗਿਆ, ਸਾਰੀ ਚੀਜ਼ਾਂ, ਹਾਰਟ ਰੇਟ ਹੋ ਗਿਆ, ਉਹ ਸ਼ੋਅ ਕਰਦੀ ਰਹਿੰਦੀ ਹੈ। ਇਹਦੀ ਇੱਕ ਐਗਜ਼ਾਮਪਲ ਹੈ ਫਾਇਰ ਅਲਾਰਮ। ਆਪਣੇ ਕੋਲੇ ਕੀ ਹੁੰਦਾ, ਤੁਸੀਂ ਹੋਟਲਾਂ ਦੇ ਵਿੱਚ ਵੱਡੇ ਵੱਡੇ ਲੱਗੇ ਹੁੰਦੇ ਨੇ,
ਉਹਨਾਂ ਦੇ ਵਿੱਚ ਟੈਂਪਰੇਚਰ ਸੈਂਸਰ ਹੁੰਦਾ ਇੱਕ ਤਰੀਕੇ ਦਾ, ਜਿਹੜਾ ਕਿ ਉਸ ਜਗ੍ਹਾ ਦੀ ਹੀਟ ਨੂੰ ਡਿਟੈਕਟ ਕਰਦਾ ਹੈ। ਉਹਦੇ ਵਿੱਚ ਜਿਹੜੀ ਚਿਪ ਲੱਗੀ ਹੁੰਦੀ ਹੈ ਉਹ ਬੇਸਿਕਲੀ ਕੀ ਕਰਦੀ ਹੈ, ਸੈਂਸਰ ਤੋਂ ਇਨਪੁਟ ਲੈਂਦੀ ਹੈ। ਸੈਂਸਰ ਮੇਰਾ ਹੈਗਾ ਜਿਹੜਾ ਉਹ ਐਨਾਲੌਗ ਡਾਟੇ ਨੂੰ ਪ੍ਰੋਸੈਸ ਕਰਦਾ ਕਿ ਟੈਂਪਰੇਚਰ ਜਦੋਂ ਉਹਨੂੰ ਦੇਖਿਆ ਕਿ ਇੱਕ ਲਿਮਿਟ ਤੋਂ ਵੱਧ ਰਿਹਾ, ਯਾਨੀ ਕਿ ਉਹ ਡਿਟੈਕਟ ਕਰ ਲੈਂਦਾ ਕਿ ਉਰੇ ਅੱਗ ਲੱਗੀ ਹੋਣੀ ਹੈ, ਤਾਂ ਉਹ ਸਿਗਨਲ ਭੇਜ ਦਿੰਦਾ ਮੇਰੇ ਡਿਜੀਟਲ ਚਿਪ ਨੂੰ। ਉਹ ਡਿਜੀਟਲ ਚਿਪ ਫਿਰ ਅੱਗੇ ਔਰ ਅਲਾਰਮ ਬਲੋ ਕਰਦੀ ਜਾਂ ਉੱਥੇ ਪਾਣੀ ਦੀ ਸਪਲਾਈ ਜਿਹੜੀ ਹੈ ਉਹ ਫੁਹਾਰੇ ਜਿਹੇ ਚਲਾ ਦਿੰਦੀ ਹੈ। ਤਾਂ ਇਹ ਇੱਕ ਕੰਬਾਈਨ ਕਰਕੇ ਸਿਸਟਮ ਜਿਹੜਾ ਹੈ ਆਪਾਂ ਬਣਾਉਂਦੇ ਹਾਂ, ਜਿਹੜਾ ਉਹ ਹਾਈਬ੍ਰਿਡ ਸਿਸਟਮ ਕਹਿੰਦੇ ਨੇ। ਅੱਜ ਕੱਲ੍ਹ ਜਿਵੇਂ ਆਪਣੇ ਕੋਲੇ ਗੱਡੀਆਂ ਮੋਟਰਾਂ ਦੇ ਵਿੱਚ, ਮੋਟਰਸਾਈਕਲਾਂ ਦੇ ਵਿੱਚ BS6 ਇੰਜਨ ਆਉਣ ਲੱਗ ਗਏ। BS6 ਇੰਜਨ ਵਿੱਚ ਵੀ ਇੱਕ ਚਿਪ ਲਾਈ ਹੁੰਦੀ ਹੈ। ਉਹ ਬੇਸਿਕਲੀ ਕੀ ਕਰਦੀ ਹੁੰਦੀ ਹੈ, ਚਿਪ ਇੰਜਨ ਦੀ ਪਰਫਾਰਮੈਂਸ ਨੂੰ ਵਧਾਉਣ ਦੇ ਲਈ ਉਹ ਚੈੱਕ ਕਰਦੀ ਹੈ ਕਿ ਕਿੰਨੀ ਹਵਾ ਅਤੇ ਕਿੰਨਾ ਤੇਲ ਜਿਹੜਾ ਹੈਗਾ ਇੰਜਨ ਦੇ ਆਪਾਂ ਕਹਿੰਦੇ ਸਿਲੰਡਰ ਦੇ ਵਿੱਚ ਇਕੱਠਾ ਹੋਇਆ। ਉਸ ਹਿਸਾਬ ਨਾਲ ਉਹ ਤੇਲ ਜਿਹੜਾ ਹੈ ਹਵਾ ਅਤੇ ਉਹਦੀ ਮਾਤਰਾ ਨੂੰ ਬੈਲੈਂਸ ਬਣਾ ਕੇ ਹੀ ਇੰਜਨ ਦੀ ਪਰਫਾਰਮੈਂਸ ਨੂੰ ਵਧੀਆ ਟਿਊਨਿੰਗ ਕੀਤਾ ਜਾਂਦਾ ਹੈ। ਤਾਂ ਹਾਈਬ੍ਰਿਡ ਕੰਪਿਊਟਰ ਜਿਹੜੇ ਹੈਗੇ ਨੇ ਉਹ ਬਹੁਤ ਕਈ ਜਗ੍ਹਾ 'ਤੇ ਵਰਤੇ ਜਾਣ ਲੱਗੇ, ਜਿਵੇਂ ਕਾਰ ਦਾ ਇਨਫੋਟੇਨਮੈਂਟ ਸਿਸਟਮ ਹੋ ਗਿਆ। ਇਹ ਵੀ ਇਹਦੇ ਵਿੱਚ ਸਪੀਡੋਮੀਟਰ ਪਲੱਸ ਡਿਜੀਟਲ ਸਪੀਡੋਮੀਟਰ ਕੀਤਾ ਹੋਇਆ। ਤਾਂ ਸਪੀਡੋਮੀਟਰ ਦੇ ਵਿੱਚ ਵੀ ਜਿਹੜੀ ਚੀਜ਼ ਹੈ ਉਹ ਦੇਖੀ ਤਾਂ ਦੇਖੋ ਕਿਸੇ ਤਰ੍ਹਾਂ ਦਾ ਮਕੈਨੀਕਲ ਪ੍ਰਿੰਸੀਪਲ ਦੇ ਅਕੋਰਡਿੰਗ ਹੀ ਜਾਊਗੀ, ਬਟ ਉਹ ਉਸ ਨੂੰ ਬਾਅਦ ਦੇ ਵਿੱਚ ਡਿਜੀਟਲ ਫਾਰਮ 'ਚ ਕਨਵਰਟ ਕਰ ਰਹੇ ਨੇ। ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲੇ ਕੰਮ ਦੇ ਹਿਸਾਬ ਨਾਲ ਡਿਵੀਜ਼ਨ ਹੁੰਦੀ ਹੈ, ਜਨਰਲ ਪਰਪਸ ਕੰਪਿਊਟਰ ਅਤੇ ਸਪੈਸ਼ਲ ਪਰਪਸ ਕੰਪਿਊਟਰ। ਜਨਰਲ ਪਰਪਸ ਦੇ ਵਿੱਚ ਕੀ ਹੁੰਦਾ, ਆਪਣੇ ਕੋਲੇ ਆਮ ਰੂਟੀਨ 'ਚ ਜਿਹੜੇ ਪ੍ਰੋਗਰਾਮ ਚਲਾ ਰਿਹਾ ਕੋਈ ਬੰਦਾ, ਨਾਰਮਲ ਕੰਪਿਊਟਰ ਲੈ ਕੇ ਟਾਈਪਿੰਗ ਕਰ ਰਿਹਾ, ਵਰਡ ਪ੍ਰੋਸੈਸਿੰਗ ਦਾ ਕੰਮ ਕਰ ਰਿਹਾ, ਵੀਡੀਓ ਦੇਖ ਰਿਹਾ, ਮੂਵੀ ਦੇਖ ਰਿਹਾ ਜਾਂ ਬਰਾਊਜ਼ਰ ਚਲਾ ਰਿਹਾ, ਇਹਦੇ ਵਿੱਚ ਮਿਲੀਅਨ ਆਫ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਚਲਾ ਸਕਦਾ ਜਨਰਲ ਪਰਪਸ ਦੇ ਲਈ, ਜਿਨ੍ਹਾਂ ਦੇ ਲਈ ਕੋਈ ਸਪੈਸ਼ਲ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਆਪਾਂ ਕਹਿੰਦੇ ਨੇ ਕਿ ਕਿਸੇ ਕੰਪਿਊਟਰ ਦੇ ਵਿੱਚ ਕੋਈ ਖਾਸ ਚੀਜ਼ ਹੋਊਗੀ ਤਾਂ ਉਹ ਫਲਾਣਾ ਸੌਫਟਵੇਅਰ ਤਾਂ ਹੀ ਚੱਲੂਗਾ, ਤਾਂ ਇਹਦੇ 'ਚ ਉੱਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਜਨਰਲ ਪਰਪਸ ਦੇ ਸਾਰੇ ਹੀ ਸੌਫਟਵੇਅਰ ਇਹਨਾਂ ਦੇ ਸਿਸਟਮ ਦੇ ਵਿੱਚ ਚੱਲਦੇ ਨੇ। ਇੱਕ ਹੈਗੇ ਨੇ ਸਪੈਸ਼ਲ ਪਰਪਸ ਕੰਪਿਊਟਰ। ਕੋਈ ਕੰਪਿਊਟਰ ਕਿਸੇ ਖਾਸ ਕੰਮ ਨੂੰ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ, ਉਹਦੇ 'ਤੇ ਆਪਾਂ ਉਹੀ ਕੰਮ ਕਰ ਸਕਦੇ ਹਾਂ। ਜਿਵੇਂ ਕਿ ATM ਮਸ਼ੀਨ ਹੋ ਗਈ, ATM ਦੇ ਵਿੱਚ ਵੀ ਇੱਕ ਕੰਪਿਊਟਰ ਹੁੰਦਾ ਜਿਹਦਾ ਕੰਮ ਪੈਸਿਆਂ ਨੂੰ ਕੱਢਣਾ ਪਾਉਣਾ। ਠੀਕ ਹੈ। ਉਹ ਚੀਜ਼ ਉਹ ਸਿਰਫ ATM ਦਾ ਇੱਦਾਂ ਨਹੀਂ ਕਰ ਸਕਦੇ ਕਿ ATM ਵਾਲੇ ਕੰਪਿਊਟਰ ਦੇ ਨਾਲ ਤੁਸੀਂ ਪ੍ਰਿੰਟਰ ਲਾ ਕੇ ਉਹਦੇ 'ਤੇ ਪ੍ਰਿੰਟ ਆਊਟ ਕੱਢ ਲਓਗੇ। ਉਹ ਇੱਦਾਂ ਦਾ ਕੋਈ ਵੀ ਕੰਮ ਨਹੀਂ ਕਰਦਾ। ਉਹਨੂੰ ਸਪੈਸ਼ਲੀ ਉਹੀ ਕੰਮ ਦੇ ਲਈ ਡਿਜ਼ਾਈਨ ਕੀਤਾ ਗਿਆ। ਜਿਵੇਂ CCTV ਕੈਮਰੇ ਨੇ, CCTV ਕੈਮਰਿਆਂ ਦੇ ਵਿੱਚ ਜਿਹੜਾ DVR ਲੱਗਿਆ ਹੁੰਦਾ, ਤੁਹਾਨੂੰ ਪਤਾ ਹੋਊਗਾ, ਉਹਦੇ ਵਿੱਚ ਵੀ ਇੱਕ ਚਿਪ ਹੁੰਦੀ ਆ ਔਰ ਉਹਦਾ ਵੀ ਆਪਦਾ ਸੌਫਟਵੇਅਰ ਹੁੰਦਾ। ਉਹਦਾ ਕੰਮ ਰਿਕਾਰਡਿੰਗ ਕਰਨਾ ਹੈ, ਉਹਦੇ ਨਾਲ ਕੋਈ ਆਪਾਂ ਹੋਰ ਸਪੈਸੀਫਿਕ ਕੰਮ ਨਹੀਂ ਕਰਵਾ ਸਕਦੇ ਉਸ ਕੰਪਿਊਟਰ ਤੋਂ। ਠੀਕ ਹੈ। ਇਸੇ ਤਰ੍ਹਾਂ ਕੈਮਰੇ ਦੇ ਵਿੱਚ ਵੀ ਚਿਪ ਲੱਗੀ ਹੁੰਦੀ ਹੈ ਜਿਹੜੀ ਕਿ ਕੰਮ ਕਰਦੀ ਹੈ। ਤਾਂ ਇਹ ਕੰਪਿਊਟਰਾਂ ਦਾ ਕੰਮ ਸਿਰਫ ਸਪੈਸ਼ਲ ਹੈ, ਸਪੈਸ਼ਲ ਕੰਮ ਦੇ ਲਈ ਹੀ ਇਹ ਡਿਜ਼ਾਈਨ ਕੀਤੇ ਜਾਂਦੇ ਨੇ। ਤਾਂ ਅੱਗੇ ਆਪਾਂ ਦੇਖਦੇ ਹਾਂ ਪਾਵਰ ਅਤੇ ਯੂਸੇਜ ਦੇ ਹਿਸਾਬ ਨਾਲ, ਕੰਮ ਦੇ ਹਿਸਾਬ ਨਾਲ ਜਿਹੜੇ ਕੰਪਿਊਟਰ ਨੇ ਉਹਨਾਂ ਦੀਆਂ ਕੀ ਕੈਟਾਗਰੀ ਬਣਾਈਆਂ ਜਾਂਦੀਆਂ ਨੇ। ਪਰਸਨਲ ਕੰਪਿਊਟਰ ਹੋ ਗਏ, ਇੱਥੇ ਆਪਣੇ ਕੋਲੇ ਨੋਟਬੁੱਕ, ਵਰਕ ਸਟੇਸ਼ਨ, ਮੇਨ ਫਰੇਮ, ਸੁਪਰ ਕੰਪਿਊਟਰ, ਕਲਾਇੰਟ ਸਰਵਰ ਅਤੇ ਹੈਂਡਹੈਲਡ। ਇਹ ਸਾਰੇ ਕੰਪਿਊਟਰ ਇੱਕ ਅਲੱਗ ਕੰਮ ਦੇ ਹਿਸਾਬ ਨਾਲ ਬਣਾਏ ਜਾਂਦੇ ਨੇ। ਤਾਂ ਪਰਸਨਲ ਕੰਪਿਊਟਰ ਆਪਾਂ ਜਿਹੜੇ ਘਰਾਂ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਵਰਤਦੇ ਹਾਂ, ਰੂਟੀਨ ਦੇ ਵਿੱਚ ਦੇਖਦੇ ਵੀ ਆਪਾਂ ਰਹੇ ਹੋਵਾਂਗੇ। ਠੀਕ ਹੈ। ਉਹ ਮਤਲਬ ਨਾਰਮਲ ਆਪਣੇ ਇੱਕ ਮੇਜ਼ ਦੇ ਉੱਤੇ ਪਿਆ ਹੁੰਦਾ, ਮੋਨੀਟਰ ਪਿਆ ਹੁੰਦਾ। ਠੀਕ ਹੈ। ਅਤੇ ਉਹਦੇ ਨਾਲ ਇੱਕ CPU ਰੱਖਿਆ ਹੁੰਦਾ। ਤਾਂ ਇਹ ਆਮ ਨਾਰਮਲ ਲੋੜਾਂ ਨੇ, ਕਿਸੇ ਨੇ ਛੋਟੀ ਮੋਟੀ ਬਿਜ਼ਨਸ ਚਲਾ ਰਿਹਾ, ਆਪਦਾ ਕੋਈ ਵੈਬਸਾਈਟ ਦਾ ਕੰਮ ਕਰ ਰਿਹਾ, ਕੋਈ ਕੈਫੇ ਚਲਾ ਰਿਹਾ, ਤਾਂ ਉੱਥੇ ਇਹਨਾਂ ਦੀ ਜ਼ਰੂਰਤ ਪੈਂਦੀ ਹੈ। ਇਹ ਮਲਟੀਟਾਸਕਿੰਗ ਆਪਾਂ ਕਰ ਸਕਦੇ ਹਾਂ, ਪਰ ਇਹ ਸਿੰਗਲ ਯੂਜ਼ਰ ਹੁੰਦੇ ਨੇ। ਇੱਕ ਹੀ ਬੰਦਾ ਇਹਦੇ 'ਤੇ ਬੈਠ ਕੇ ਕੰਮ ਕਰ ਸਕਦਾ, ਇਹਦੇ 'ਤੇ ਮਲਟੀਪਲ ਯੂਜ਼ਰ ਇਕੱਠੇ ਕੰਮ ਨਹੀਂ ਕਰ ਸਕਦੇ। ਤਾਂ ਇਹਦੇ ਵਿੱਚ ਦੋ ਮਾਡਲ ਬੇਸਿਕਲੀ ਆਉਂਦੇ ਨੇ, ਡੈਸਕਟਾਪ ਮਾਡਲ ਅਤੇ ਟਾਵਰ ਮਾਡਲ। ਟਾਵਰ ਮਾਡਲ ਦੇ ਵਿੱਚ ਕੀ ਹੁੰਦਾ, ਮੇਰਾ CPU ਅੱਡ ਇਸ ਤਰ੍ਹਾਂ ਦੇ ਬਕਸ ਦੇ ਵਿੱਚ ਹੁੰਦਾ। ਜਿਹੜਾ ਡੈਸਕਟਾਪ ਮਾਡਲ ਹੈ ਉਹਦੇ ਵਿੱਚ ਨੀਚੇ ਰੱਖਿਆ ਹੁੰਦਾ ਅਤੇ ਉੱਤੇ ਮੋਨੀਟਰ ਸਕਰੀਨ ਜਿਹੜੀ ਲਾਈ ਹੁੰਦੀ ਹੈ, ਅਤੇ ਬਾਕੀ ਕੀਬੋਰਡ ਅਤੇ ਮਾਊਸ ਦੀ ਅੱਡ ਯੂਨਿਟ ਜਿਹੜੀ ਉਹ ਆਪਣੇ ਕੋਲੇ ਹੁੰਦੀ ਹੋਈ ਹੈ। ਤਾਂ ਇਹ ਅੱਗੇ ਆਪਣੇ ਕੋਲੇ PC ਦਾ ਹੀ ਇੱਕ ਪੋਰਟੇਬਲ ਵਰਜ਼ਨ, ਆਪਾਂ ਕਹਿ ਦਈਏ ਕਿ ਨੋਟਬੁੱਕ ਕੰਪਿਊਟਰ ਜਿਹਨੂੰ ਲੈਪਟਾਪ ਵੀ ਕਿਹਾ ਜਾਂਦਾ, ਤਾਂ ਉਹ ਇਸ ਕੈਟਾਗਰੀ ਦੇ ਵਿੱਚ ਆਉਂਦਾ। ਇਹਨਾਂ ਨੂੰ ਖਾਸ ਤੌਰ 'ਤੇ ਇਸ ਲਈ ਬਣਾਇਆ ਜਾਂਦਾ ਤਾਂ ਜੋ ਜਿਹੜੇ ਲੋਕ ਇਹਨੂੰ ਵਰਤਦੇ ਨੇ ਉਹ ਜਿੱਥੇ ਚਾਹਣ ਇਹਨੂੰ ਲੈ ਕੇ ਜਾ ਸਕਣ। ਯੂਜ਼ਲੀ 8.5 ਇੰਚ ਅਤੇ 11 ਇੰਚ ਥੋੜ੍ਹਾ ਬਹੁਤ ਸਾਈਜ਼ ਵੱਡਾ ਛੋਟਾ ਹੋ ਜਾਂਦਾ, ਪਰ ਇਹਨਾਂ ਨੂੰ ਨੋਟਬੁੱਕ ਕੰਪਿਊਟਰ ਤਾਂ ਆਖਿਆ ਜਾਂਦਾ ਕਿਉਂਕਿ ਕਿਤਾਬ ਦੀ ਵਾਂਗੂ ਇੱਕ ਓਡੇ ਕੁ ਸਾਈਜ਼ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਫਲੈਪ ਜਦੋਂ ਦੀ ਸਕਰੀਨ ਆਪਾਂ ਬੰਦ ਕਰ ਦਈਏ। ਤਾਂ ਭਾਰ ਇਹਨਾਂ ਦਾ ਵੇਟ ਸਿਰਫ ਬਹੁਤ ਹਲਕੇ ਹੁੰਦੇ ਨੇ, 2-3 ਕਿਲੋ ਤੱਕ ਹੋ ਸਕਦੇ ਨੇ। ਇਹਨੂੰ ਲੈਪਟਾਪ ਕਿਉਂ ਕਿਹਾ ਜਾਂਦਾ, ਇਹਦੇ ਪਿੱਛੇ ਵੀ ਹੈ ਕਿ ਗੋਦੀ ਨੂੰ ਇੰਗਲਿਸ਼ ਦੇ ਵਿੱਚ ਲੈਪ ਕਿਹਾ ਜਾਂਦਾ, ਇਸ ਲਈ ਇਹਦਾ ਨਾਮ ਲੈਪਟਾਪ ਪੈ ਗਿਆ ਕਿਉਂਕਿ ਇਹ ਗੋਦੀ 'ਚ ਰੱਖ ਕੇ ਵੀ ਆਪਾਂ ਵਰਤ ਸਕਦੇ ਹਾਂ। ਤਾਂ ਇੱਥੋਂ ਹੀ ਇਹਦਾ ਜਿਹੜਾ ਨਾਮਕਰਨ ਹੋਇਆ ਸੀ, ਲੈਪਟਾਪ ਸ਼ਬਦ ਜਿਹੜਾ ਆਇਆ। ਲਿਡ ਜਿਹੜੀ ਹੈਗੀ ਹੈ, ਇਹ ਲਿਡ ਦਾ ਮਤਲਬ ਹੈ ਕਿ ਜਿਹੜੀ ਡਿਸਪਲੇ ਹੈ ਉਸ ਨੂੰ ਆਪਾਂ ਬੰਦ ਕਰ ਸਕਦੇ ਹਾਂ ਅਤੇ ਕਿਸੇ ਵੀ ਵਕਤ ਜਦੋਂ ਆਪਾਂ ਇਹਨੂੰ ਨਹੀਂ ਵਰਤਣਾ। ਰੀਚਾਰਜੇਬਲ ਬੈਟਰੀਆਂ ਹੁੰਦੀਆਂ ਨੇ ਇਹਦੇ 'ਚ, ਆਪਾਂ ਵਰਤ ਸਕਦੇ ਹਾਂ 2 ਤੋਂ 3 ਘੰਟੇ 4 ਘੰਟੇ ਤੱਕ ਦਾ ਬੈਕਅਪ ਮਿਲ ਜਾਂਦਾ ਈਜ਼ੀਲੀ, ਤਾਂ ਉਹਨਾਂ ਨੂੰ ਦੁਬਾਰਾ ਰੀਚਾਰਜ ਕਰ ਸਕਦੇ ਹਾਂ। ਇਹ ਵੀ ਆਮ ਤਰ੍ਹਾਂ ਦੇ ਕੰਮ ਆਪਾਂ ਕਰ ਸਕਦੇ ਹਾਂ। ਜ਼ਿਆਦਾਤਰ ਇਹਨਾਂ ਦੀ ਲੋੜ ਉਹਨਾਂ ਨੂੰ ਬੰਦੇ ਨੂੰ ਪੈਂਦੀ ਹੈ ਜਿਹੜੇ ਕਿ ਦਫ਼ਤਰ ਵਗੈਰਾ 'ਚ ਕੰਮ ਕਰਦੇ ਨੇ, ਮਤਲਬ ਕੰਪਨੀਆਂ ਦੇ ਵਿੱਚ ਨੇ, ਜਾਂ ਜਿਹੜੇ PPT ਪ੍ਰੈਜੈਂਟੇਸ਼ਨ ਐਡੀਟਿੰਗ ਦਾ ਕੰਮ ਜ਼ਿਆਦਾ ਕਰਦੇ ਨੇ। ਅਗਲਾ ਕੀ ਹੁੰਦਾ, ਟਰੈਵਲ ਵਗੈਰਾ ਕਰਦੇ ਹਾਂ ਹੈ ਨਾ, ਤਾਂ ਉੱਥੇ ਵੀ ਆਪਾਂ ਬੱਸ ਜਾਂ ਟ੍ਰੇਨ ਦੇ ਵਿੱਚ ਬੈਠ ਕੇ ਕੰਮ ਕਰ ਸਕਦੇ ਹਾਂ ਜਾਂਦੇ ਆਉਂਦੇ ਹਰ ਵਕਤ। ਮਤਲਬ ਬੰਦੇ ਕੋਲੇ ਇਹ ਡਿਵਾਈਸ ਹੈਗੀ ਹੈ ਕਿ ਉਹ ਕਿਤੇ ਵੀ ਬੈਠਾ ਕੰਮ ਕਰ ਸਕਦਾ। ਉਹਨੂੰ ਜ਼ਰੂਰੀ ਨਹੀਂ ਕਿ ਘਰੇ ਆ ਕੇ ਕੋਈ ਮੇਜ਼ ਕੁਰਸੀ 'ਤੇ ਬੈਠੂਗਾ ਤਾਂ ਹੀ ਉਹ ਕੰਮ ਕਰ ਸਕਦਾ। ਇਹਨਾਂ ਦੇ ਵਿੱਚ ਜ਼ਿਆਦਾਤਰ ਵਿੰਡੋਜ਼ ਆਪਰੇਟਿੰਗ ਸਿਸਟਮ ਆਉਂਦਾ, ਪਰ ਲਾਈਨੈਕਸ ਵੀ ਮਿਲ ਜਾਂਦਾ, ਲਾਈਨੈਕਸ ਆਪਰੇਟਿੰਗ ਸਿਸਟਮ। ਤਾਂ ਇਸ ਤਰ੍ਹਾਂ ਨਾਲ ਲੈਪਟਾਪ ਦੀ ਜਿਹੜੀ ਹੈਗੀ ਹੈ ਹੁੰਦੀ ਹੈ, ਤੁਹਾਨੂੰ ਦੇਖਿਆ ਹੀ ਹੋਏਗਾ।
ਇਹਦੇ ਵਿੱਚ ਇੱਕ ਖਾਸ ਚੀਜ਼ ਹੁੰਦੀ ਹੈ ਕਿ ਇਹਨਾਂ ਨੂੰ ਘੱਟ ਪਾਵਰ ਵਾਸਤੇ ਡਿਜ਼ਾਈਨ ਕੀਤਾ ਜਾਂਦਾ, ਕਿਉਂਕਿ ਇੱਕ ਤਾਂ ਇਹਨੂੰ ਹਰ ਵਕਤ ਪਾਵਰ ਸਪਲਾਈ ਨਹੀਂ ਮਿਲਦੀ, ਮਤਲਬ ਆਪਾਂ ਇਹਨੂੰ ਕੱਟ ਕੇ ਟਰੈਵਲ ਕਰਦੇ ਹੋਏ ਵੀ ਵਰਤ ਸਕਦੇ ਹਾਂ। ਇਹਦੇ ਜਿਹੜੇ ਪੁਰਜੇ ਨੇ ਇੱਕ ਖਾਸ ਤਰੀਕੇ ਨਾਲ ਡਿਜ਼ਾਈਨ ਕੀਤੇ ਜਾਂਦੇ ਨੇ ਜਿਹੜੇ ਕਿ ਘੱਟ ਬਿਜਲੀ ਨੂੰ ਕੰਜ਼ਿਊਮ ਕਰਨ। ਜਿਵੇਂ ਆਪਾਂ ਕਹਿ ਦਈਏ ਕਿ ਹਾਰਡ ਡਿਸਕ ਡਰਾਈਵ ਹੈ, ਇਹ ਥੋੜ੍ਹੀ ਜਿਹੀ ਬੈਟਰੀ ਜ਼ਿਆਦਾ ਖਾਂਦੀ ਹੈ, ਪਰ ਅੱਜ ਕੱਲ੍ਹ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ SSD ਆਉਣ ਲੱਗ ਗਈ, ਸੋਲਿਡ ਸਟੇਟ ਡਰਾਈਵ, ਜਿਨ੍ਹਾਂ ਦੇ ਵਿੱਚ ਕੀ ਹੈ ਇਹ ਬਹੁਤ ਘੱਟ ਖਾਂਦੇ ਨੇ ਬੈਟਰੀ। ਦੂਸਰੀ ਚੀਜ਼ ਇਹਨਾਂ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਜੇ ਮੰਨ ਲਓ ਇਹਨਾਂ ਦੇ ਵਿੱਚ ਕੋਈ ਸਿਸਟਮ ਆਪਾਂ ਨਹੀਂ ਵਰਤ ਰਹੇ, ਲੈਪਟਾਪ ਦੇ ਵਿੱਚ ਤਾਂ ਦੇਖੋ ਸਾਰਾ ਕੁਛ ਹੈ, ਇਹਦੇ ਵਿੱਚ ਵਾਈਫਾਈ ਕਾਰਡ ਵੀ ਹੈਗਾ, ਇੰਟਰਨੈਟ ਚਲਾਉਣ ਨੂੰ CD ROM ਵੀ ਹੁੰਦੀ ਹੈ। ਤਾਂ ਇਹਨਾਂ ਦੇ ਵਿੱਚ ਇੱਕ ਖਾਸ ਚੀਜ਼ ਹੁੰਦੀ ਹੈ ਕਿ ਜੇ ਕੋਈ ਡਿਵਾਈਸ ਇਹਦੇ ਨਾਲ ਲੱਗੀ ਹੋਈ ਆਪਾਂ ਨਹੀਂ ਵਰਤ ਰਹੇ ਤਾਂ ਉਹ ਆਟੋਮੈਟਿਕਲੀ ਕੁਛ ਕੁ ਟਾਈਮ ਬਾਅਦ ਬੰਦ ਹੋ ਜੂਗੀ, ਯਾਨੀ ਕਿ ਉਹ ਬਿਜਲੀ ਖਾਣੀ ਬੰਦ ਕਰ ਦੂਗੀ ਬੈਟਰੀ ਤੋਂ, ਠੀਕ ਹੈ। ਤਾਂ ਅਗਲੇ ਹੈਗੇ ਨੇ ਸਿਸਟਮ ਆਪਣੇ ਕੋਲੇ ਵਰਕ ਸਟੇਸ਼ਨ ਅਤੇ PC ਦੇ ਵਿੱਚ ਥੋੜ੍ਹਾ ਜਿਹਾ ਫਰਕ ਕੀ ਹੈ, ਇਹ PC ਨਾਲੋਂ ਬਹੁਤ ਜ਼ਿਆਦਾ ਐਕਸਟ੍ਰੀਮ ਪਾਵਰ ਹੁੰਦੀ ਹੈ ਇਹਨਾਂ ਦੇ ਵਿੱਚ, ਕਿਸੇ ਖਾਸ ਪਰਪਸ ਦੇ ਲਈ ਹੀ ਵਰਤੇ ਜਾਂਦੇ। ਜਿਵੇਂ ਇੰਜੀਨੀਅਰਿੰਗਾਂ ਨੇ ਕੋਈ ਬਿਲਡਿੰਗਸ ਦੇ ਨਕਸ਼ੇ ਡਿਜ਼ਾਈਨ ਬਣਾਉਣੇ ਨੇ, ਆਰਕੀਟੈਕਟ ਨੇ ਬਣਾਉਣੇ ਨੇ, ਪੇਸ਼ੇਵਾਰ ਕੰਪਿਊਟਰ ਪ੍ਰੋਫੈਸ਼ਨਲਸ ਹੋ ਗਏ, ਜਿਵੇਂ ਕੋਈ ਸਟੂਡੀਓ ਹੈਗਾ ਕਿਸੇ ਦਾ, ਤਾਂ ਉੱਥੇ ਉਹ ਵੀਡੀਓ ਐਡੀਟਿੰਗ ਦਾ ਕੰਮ ਕਰ ਰਿਹਾ ਹੈ, ਠੀਕ ਹੈ, ਰਿਕਾਰਡਿੰਗ ਦਾ ਕੰਮ ਕਰ ਰਿਹਾ ਹੈ, ਤਾਂ ਉਹਨਾਂ ਸਿਸਟਮ ਦੇ ਵਿੱਚ ਬਹੁਤ ਥੋੜ੍ਹੀ ਜਿਹੀ ਆਮ ਬੰਦੇ ਨਾਲੋਂ, ਜਨਰਲ ਪਰਪਸ ਦੇ ਨਾਲੋਂ ਵੱਧ ਪਾਵਰ ਦੀ ਜ਼ਰੂਰਤ ਪੈਂਦੀ ਹੈ ਵੀਡੀਓ ਐਡੀਟਿੰਗ ਖਾਸ ਕਰਕੇ। ਅਤੇ ਇੰਜੀਨੀਅਰਿੰਗ ਦੇ ਜਿਹੜੇ AutoCAD ਵਗੈਰਾ ਦੇ ਸੌਫਟਵੇਅਰ ਹੋ ਗਏ, ਜਾਂ ਆਪਾਂ ਕਹਿ ਦਈਏ ਇਸ ਤਰ੍ਹਾਂ ਦੀ ਕੋਈ ਸਪੈਸ਼ਲ ਕੰਮ ਕਰਦਾ ਹੈ, ਕਿਸੇ ਨੇ ਗੇਮਿੰਗ ਖੇਡਣੀ ਹੈ, ਹਾਈ ਪਰਫੋਰਮੈਂਸ ਗੇਮਿੰਗ ਵੀ ਇਹਦੇ 'ਚ ਆਪਾਂ ਕਰ ਸਕਦੇ ਹਾਂ। ਇਹਦੇ ਵਿੱਚ ਖਾਸ ਕੀ ਹੁੰਦਾ, ਗ੍ਰਾਫਿਕਸ ਕਾਰਡ ਹੁੰਦਾ ਹੈ। ਗ੍ਰਾਫਿਕਸ ਕਾਰਡ ਇੱਕ ਐਕਸਟਰਾ ਕੰਪੋਨੈਂਟ ਹੁੰਦਾ ਜਿਹੜਾ ਆਪਾਂ ਲਾ ਸਕਦੇ ਹਾਂ, ਜਿਹਦੇ 'ਚ ਐਨੀਮੇਸ਼ਨ ਵਗੈਰਾ 3D ਕੰਪੋਨੈਂਟ ਪਲੇ ਕਰਨੇ ਨੇ, ਤਾਂ ਉਹਨਾਂ ਨੂੰ ਦੇਖਣ ਦੇ ਲਈ ਸਪੈਸ਼ਲ ਗ੍ਰਾਫਿਕਸ ਕਾਰਡ ਪਵਾਉਣਾ ਪੈਂਦਾ। ਤਾਂ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਇਹਨਾਂ ਦੀ ਜਿਹੜੀ ਯੂਜ਼ਲੀ ਡਿਸਪਲੇ ਹੈ, ਜਿਹੜੀ ਡਿਸਪਲੇ ਕੁਆਲਿਟੀ ਕਹਿ ਲਓ ਜਾਂ ਡਿਸਪਲੇ ਸਾਈਜ਼ ਕਹਿ ਲਓ, ਜਿਵੇਂ ਇਹਦੇ ਵਿੱਚ ਇੱਕ ਕੰਪਿਊਟਰ ਨਾਲ ਹੀ 3 ਅਲੱਗ-ਅਲੱਗ ਐਕਸਟੈਂਡਡ ਮੋਡ ਦੇ ਵਿੱਚ ਡਿਸਪਲੇਆਂ ਲੱਗੀਆਂ ਹੋਈਆਂ ਨੇ, ਤਾਂ ਡਿਸਪਲੇ ਦੇ ਉੱਤੇ ਖਾਸ ਧਿਆਨ ਦਿੱਤਾ ਜਾਂਦਾ ਇਹਨਾਂ ਕੰਪਿਊਟਰਸ ਦੇ ਵਿੱਚ ਕਿ ਡਿਸਪਲੇ ਵੱਡੀ ਹੁੰਦੀ ਹੈ, ਸਾਈਜ਼ ਦੇ ਵਿੱਚ ਹਾਈ ਰੈਜ਼ੋਲੂਸ਼ਨ ਹੁੰਦੀ ਹੈ। ਅਤੇ ਇਸ ਤੋਂ ਬਾਅਦ ਦੇ ਵਿੱਚ ਇੰਜੀਨੀਅਰਿੰਗ ਪਰਪਸ ਦੇ ਲਈ ਇਹ ਵਰਤੇ ਜਾਂਦੇ ਨੇ। ਇੱਕ ਆਪਣੇ ਕੋਲੇ ਹੈਗੇ ਨੇ ਮਿੰਨੀ ਕੰਪਿਊਟਰ ਦਾ ਵੈਸੇ ਕੈਟਾਗਰੀ ਹੈ ਜਿਹੜੀ ਉਹ ਲਗਭਗ ਅਲੋਪ ਵਾਂਗੂ ਹੋ ਚੁੱਕੀ ਹੈ, ਕਿਉਂਕਿ ਇਹਨਾਂ ਮਿੰਨੀ ਕੰਪਿਊਟਰ ਤੋਂ ਦਾ ਜਿਹੜਾ ਕੰਮ ਸੀਗਾ ਉਹ ਅੱਜ ਕੱਲ੍ਹ ਵਰਕ ਸਟੇਸ਼ਨ ਜਾਂ ਆਪਾਂ ਕਹਿ ਦਈਏ ਕਿ ਅਗਲੇ ਆਪਾਂ ਜਿਹੜੇ ਪੜ੍ਹਨੇ ਨੇ ਮੇਨ ਫਰੇਮ ਸਿਸਟਮ, ਉਹਨਾਂ ਤੋਂ ਹੀ ਲੈ ਲਿਆ ਜਾਂਦਾ। ਪਿਛਲੇ ਦਹਾਕਿਆਂ ਦੇ ਦੌਰਾਨ ਜ਼ਰੂਰ ਸੀਗੇ ਇਹ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਤੋਂ ਜ਼ਿਆਦਾ ਬੰਦੇ ਇਹਦੇ ਵਿੱਚ ਕੰਮ ਕਰ ਸਕਦੇ ਨੇ। ਇੱਕ ਤਕੜੇ ਆਪਾਂ ਕਹਿ ਦਈਏ ਕਿ ਮਿੰਨੀ ਕੰਪਿਊਟਰ ਦੇ ਵਿੱਚ 200 ਬੰਦੇ ਸਾਈਮਲਟੇਨੀਅਸਲੀ ਉਹਦੀ ਪਾਵਰ ਨੂੰ ਕੰਜ਼ਿਊਮ ਕਰ ਸਕਦੇ ਨੇ। ਇਹਦੇ ਵਿੱਚ ਕੀ ਹੁੰਦਾ, ਇੱਕ PC ਹੈ, ਉਹਦੇ ਅੱਗੇ ਟਰਮੀਨਲ ਬਹੁਤ ਜ਼ਿਆਦਾ ਹੁੰਦੇ ਨੇ। ਟਰਮੀਨਲ ਦਾ ਮਤਲਬ ਹੈ ਕਿ ਇੱਕ ਬੰਦਾ ਆਪਦਾ ਕੀਬੋਰਡ ਅਤੇ ਸਕਰੀਨ ਦੇ ਹੈਲਪ ਦੇ ਨਾਲ ਉਹਨੂੰ ਵਰਤ ਰਿਹਾ। ਤਾਂ ਮਿੰਨੀ ਕੰਪਿਊਟਰ ਹੁਣ ਜਿਹੜੇ ਹੈਗੇ ਨੇ ਉਹਨਾਂ ਦੀ ਜਗ੍ਹਾ ਆਪਾਂ ਕਹਿ ਦਈਏ ਵਰਕ ਸਟੇਸ਼ਨ ਨੇ, ਮੇਨ ਫਰੇਮ ਨੇ ਲੈ ਲਈ ਹੈ। ਮੇਨ ਫਰੇਮ ਸਿਸਟਮ ਤੁਸੀਂ ਦੇਖਿਆ ਹੋਊਗਾ ਹਸਪਤਾਲਾਂ ਦੇ ਵਿੱਚ ਜਾਂ ਅਕਸਰ ਬੈਂਕਾਂ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਆਪਾਂ ਨੂੰ ਦਿਖਦਾ ਹੁੰਦਾ ਕਿ ਬਹੁਤ ਸਾਰੇ ਕੰਪਿਊਟਰ ਲੱਗੇ ਹੋਏ ਨੇ। ਉਹ ਕਈ ਵਾਰੀ ਕਹਿ ਦਿੰਦੇ ਨੇ ਕਿ ਸਰਵਰ ਡਾਊਨ ਹੈ, ਜਾਂ ਕਹਿ ਦਿੰਦੇ ਨੇ ਕਿ ਕੰਪਿਊਟਰ ਨਹੀਂ ਚੱਲ ਰਿਹਾ, ਹਾਲਾਂਕਿ ਉਹਨਾਂ ਦਾ ਕੰਪਿਊਟਰ ਚੱਲ ਰਿਹਾ ਹੁੰਦਾ। ਆਪਾਂ ਦੇਖਦੇ ਹੁੰਦੇ ਹਾਂ ਉਹਨਾਂ ਦਾ ਕੰਪਿਊਟਰ ਬਕਾਇਦਾ ਚੱਲ ਰਿਹਾ ਹੁੰਦਾ, ਪਰ ਅਸਲ ਦੇ ਵਿੱਚ ਉਹਨਾਂ ਦਾ ਮੇਨ ਫਰੇਮ ਸਿਸਟਮ ਨਹੀਂ ਚੱਲ ਰਿਹਾ ਹੁੰਦਾ। ਮੇਨ ਫਰੇਮ ਸਿਸਟਮ ਕੀ ਹੁੰਦਾ ਹੈ, ਸਿਮਿਲਰ ਟੂ ਆਪਣਾ ਜਿਹੜਾ ਮਿਨੀ ਕੰਪਿਊਟਰ ਕੀਤਾ ਹੈ, ਮੇਨ ਫਰੇਮ ਦੇ ਵਿੱਚ ਵੀ ਕਈ ਸਾਰੇ ਕੰਪਿਊਟਰ ਨੇ ਜਿਹੜੇ ਉਹ ਇਕੱਠੇ ਜੁੜ ਕੇ ਕੰਮ ਕਰਦੇ ਨੇ, ਪਰ ਉਹ ਸੈਂਟਰਲਾਈਜ਼ ਮੇਨ ਫਰੇਮ ਦੀ ਪਾਵਰ ਨੂੰ ਕੰਜ਼ਿਊਮ ਕਰਦੇ ਨੇ, ਠੀਕ ਹੈ, ਸੈਂਟਰਲਾਈਜ਼ਡ ਉਸ ਦੀ ਪਾਵਰ ਨੂੰ ਵਰਤ ਕੇ। ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਡਾਟਾ ਹੁੰਦਾ ਹੈ, ਜਿਵੇਂ ਬੈਂਕਾਂ ਦੇ ਵਿੱਚ ਅਕਾਊਂਟ ਦਾ ਰਿਕਾਰਡ ਹੈ, ਉਹ ਇੱਕ ਜਗ੍ਹਾ 'ਤੇ ਪਿਆ ਹੈ, ਉਹ ਸਾਰੇ ਕੰਪਿਊਟਰ ਉਹਦੇ ਨਾਲ ਕਨੈਕਟ ਕਰਕੇ ਡਾਟਾ ਜਿਹੜਾ ਹੈ ਰੀਡ ਰਾਈਟ ਕਰਨ ਦਾ ਕੰਮ ਕਰਦੇ ਨੇ। ਤਾਂ ਮੇਨ ਫਰੇਮ ਦਾ ਫੰਡਾ ਇਹੀ ਹੈ ਕਿ ਇਹਦੇ ਵਿੱਚ ਮਲਟੀਪਲ ਯੂਜ਼ਰ ਉਸ ਕਾਮਨ ਡਾਟੇ ਨੂੰ ਜਿਹੜੀ ਹੈਗੀ ਹੈ ਸ਼ੇਅਰ ਕਰਦੇ ਨੇ। ਸ਼ੇਅਰ ਫੈਸਿਲਿਟੀ ਇਹਦੇ ਵਿੱਚ ਜ਼ਰੂਰੀ ਹੁੰਦੀ ਹੈ। ਡਾਟਾ ਹੈਂਡਲਿੰਗ ਦਾ ਕੰਮ ਹੁੰਦਾ ਅਤੇ ਇਨਫੋਰਮੇਸ਼ਨ ਪ੍ਰੋਸੈਸਿੰਗ ਦਾ ਕੰਮ ਹੁੰਦਾ। ਤਾਂ ਇਹ ਬੈਂਕਾਂ ਦੇ ਵਿੱਚ ਕੀ ਹੁੰਦਾ, ਅਕਸਰ ਕੰਪਿਊਟਰ ਤਾਂ ਚੱਲ ਰਿਹਾ ਹੁੰਦਾ, ਪਰ ਉਹਨਾਂ ਦਾ ਮੇਨ ਫਰੇਮ ਨਹੀਂ ਚੱਲ ਰਿਹਾ ਹੁੰਦਾ ਕਈ ਵਾਰ, ਕਿਉਂਕਿ ਉਹ ਅਕਸਰ ਕਈ ਵਾਰੀ ਦੂਸਰੀ ਜਗ੍ਹਾ 'ਤੇ ਪਿਆ ਹੁੰਦਾ ਜਾਂ ਇਹਨਾਂ ਦੇ ਹੈੱਡਕੁਆਟਰ ਦੇ ਵਿੱਚ ਹੁੰਦਾ, ਔਰ ਉਹ ਇੰਟਰਨੈਟ ਦੇ ਥਰੂ ਵੀ ਕਈ ਵਾਰ ਚੱਲਦਾ। ਤਾਂ ਇਹਦੀ ਆਪਾਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹਾਂ, ਨੀਚੇ ਹੈ ਇਹਦੀ ਡਾਇਗਰਾਮ, ਕਿ ਇੱਕ ਸੈਂਟਰਲਾਈਜ਼ਡ ਸਿਸਟਮ ਹੈ ਜਿਹੜਾ, ਉਹਦੇ ਉੱਤੇ ਸਾਰੀਆਂ ਡਿਵਾਈਸਿਸ ਲੱਗੀਆਂ ਹੋਈਆਂ ਨੇ ਜ਼ਿਆਦਾ, ਮੈਗਨੈਟਿਕ ਟੇਪ, ਮੈਗਨੈਟਿਕ ਡਿਸਕ, ਲਾਇਬ੍ਰੇਰੀ, ਪ੍ਰਿੰਟਰ ਵੀ ਸ਼ੇਅਰ ਕਰ ਸਕਦੇ ਹਾਂ ਇਸ ਸਿਸਟਮ ਦੇ ਨਾਲ। ਤਾਂ ਇਹਦੇ 'ਚ ਹੈਗਾ ਕੀ ਹੈ, ਜਿਹੜੇ ਬਾਕੀ ਕੰਪਿਊਟਰ ਨੇ ਉਹ ਬਾਕੀ ਕੰਪਿਊਟਰ ਇਹਦੇ ਤੋਂ ਅਲੱਗ-ਅਲੱਗ ਟਰਮੀਨਲ ਦੇ ਥਰੂ ਇਹਦੇ ਨਾਲ ਜੁੜੇ ਹੋਏ ਨੇ। ਤਾਂ ਜਿਹੜੇ ਵੀ ਸਿਸਟਮ ਨੂੰ ਡਾਟਾ ਚਾਹੀਦਾ ਉਹ ਇਹਦੇ ਤੋਂ ਲੈ ਲੈਂਦਾ। ਇਹ ਹੈਗੇ ਨੇ ਆਪਣੇ ਮੇਨ ਫਰੇਮ ਸਿਸਟਮ। ਇਸ ਤੋਂ ਬਾਅਦ 'ਚ ਆਪਣੇ ਕੋਲ ਆਉਂਦੇ ਨੇ ਸੁਪਰ ਕੰਪਿਊਟਰ ਸਭ ਤੋਂ ਐਡਵਾਂਸ, ਸਭ ਤੋਂ ਫਾਸਟ ਟੈਕਨੋਲੋਜੀ ਕਹਿ ਲਓ ਜਾਂ ਪ੍ਰੋਸੈਸਿੰਗ ਪਾਵਰ ਵਾਲੇ ਕੰਪਿਊਟਰ ਹੁੰਦੇ ਨੇ। ਇਹਨਾਂ ਦਾ ਕੰਮ ਆਪਾਂ ਅਕਸਰ ਦੇਖਦੇ ਨਹੀਂ ਹੈਗੇ, ਕਿਉਂਕਿ ਇਹ ਬਹੁਤ ਮਹਿੰਗੇ ਕੋਸਟਲੀ ਹੁੰਦੇ ਨੇ, ਅਤੇ ਇਹਨਾਂ ਦੀ ਜਿਹੜੀ ਪ੍ਰੋਸੈਸਿੰਗ ਪਾਵਰ ਹੈ ਇੰਸਟਰਕਸ਼ਨ ਦੇ ਵਿੱਚ ਦੀ ਬਜਾਏ ਇਹ ਮੈਜ਼ਰ ਕੀਤੀ ਜਾਂਦੀ ਹੈ FLOPS। ਇਹ ਹੁੰਦਾ ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ। MIPS ਹੁੰਦਾ ਮਿਲੀਅਨ ਇੰਸਟਰਕਸ਼ਨਸ ਪਰ ਸੈਕਿੰਡ। ਤਾਂ ਇਹਦੇ ਵਿੱਚ ਜਿਹੜੀ ਹੈਗੀ ਆ ਫਲੋਟਿੰਗ ਪੁਆਇੰਟ ਦੀਆਂ ਮੈਜ਼ਰਮੈਂਟ ਜਿਹੜੀਆਂ ਲਈਆਂ ਜਾਂਦੀਆਂ ਨੇ। ਸੈਮਰ ਕਰੇ, ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਉਹਨਾਂ ਨੇ ਇਹ ਡਿਵੈਲਪ ਕੀਤਾ ਸੀਗਾ। ਤਾਂ ਇਹਨਾਂ ਦਾ ਕੰਮ ਕਿੱਥੇ ਲਿਆ ਜਾਂਦਾ, ਕਈ ਗੁਣਾ, ਲੱਖਾਂ ਗੁਣਾ ਪਾਵਰ ਹੁੰਦੀ ਹੈ ਇਹਦੀ ਆਮ ਕੰਪਿਊਟਰ ਦੇ ਨਾਲੋਂ। ਕਾਰਨ ਕੀ ਹੈ ਪਾਵਰ ਵੱਧ ਹੋਣ ਦਾ, ਕਿਉਂਕਿ ਇਹਦੇ ਵਿੱਚ
ਥਾਊਜ਼ੈਂਡਸ ਆਫ CPU ਇਕੱਠੇ ਲਾਏ ਜਾਂਦੇ ਨੇ। ਇੱਕ ਕੰਪਿਊਟਰ ਦੀ ਬਜਾਏ, ਇੱਕ CPU ਦੀ ਬਜਾਏ ਹਜ਼ਾਰਾਂ ਹੀ ਜਿਹੜੇ ਚਿੱਪਾਂ ਨੇ ਇਹਨਾਂ ਦੇ ਵਿੱਚ ALU ਮਦਰਬੋਰਡ ਵਗੈਰਾ ਹਜ਼ਾਰਾਂ ਹੀ ਇਕੱਠੇ ਲਾਏ ਜਾਂਦੇ ਨੇ ਅਤੇ ਉਹ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਨੇ, ਔਰ ਇਹਦੇ ਵਿੱਚ ਵੀ ਆਪਾਂ ਮਲਟੀਟਾਸਕਿੰਗ ਜਿਹੜੀ ਆ ਉਹ ਕਰ ਸਕਦੇ ਹਾਂ। ਦੂਸਰਾ, ਇਹਦੇ ਵਿੱਚ ਪੈਰਲਲ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ, ਸੀਰੀਅਲ ਪ੍ਰੋਸੈਸਿੰਗ ਦੀ ਬਜਾਏ, ਅਤੇ ਇੱਕ ਗ੍ਰਿਡ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ, ਅਤੇ ਜਿਹਦੇ ਕਰਕੇ ਕੀ ਹੈ, ਕੰਮ ਜਿਹੜਾ ਹੈ ਉਹ ਵੰਡਿਆ ਜਾਂਦਾ ਹੈ ਅੱਡ-ਅੱਡ ਪ੍ਰੋਸੈਸਰਾਂ ਦੇ ਵਿੱਚ, ਅਤੇ ਮਲਟੀਪਲ ਪ੍ਰੋਸੈਸਰ ਹੋਣ ਕਰਕੇ ਇਹਦੇ ਵਿੱਚ ਆਪਾਂ ਜਿਹੜੀ ਹੈਗੀ ਹੈ ਇੱਕ ਤੋਂ ਵੱਧ ਯੂਜ਼ਰ ਵੀ ਇਹਦੇ 'ਚ ਕੰਮ ਕਰ ਸਕਦਾ ਐਟ ਏ ਸੇਮ ਟਾਈਮ। ਵੇਟ ਬਹੁਤ ਜ਼ਿਆਦਾ ਹੁੰਦਾ ਇਹਨਾਂ ਦਾ। ਜਿਹੜਾ ਫਸਟ ਸੁਪਰ ਕੰਪਿਊਟਰ ਬਣਾਇਆ ਸੀਗਾ ਦੁਨੀਆ 'ਤੇ, ਉਹ 30 ਟਨ ਉਹਦਾ ਵੇਟ ਸੀਗਾ। ਤੁਸੀਂ ਆਪ ਅੰਦਾਜ਼ਾ ਲਾ ਸਕਦੇ। ਵੈਸੇ ਅੱਜ ਕੱਲ੍ਹ ਤਾਂ ਇਹਨਾਂ ਦੀ ਨਵੀਂ ਮਾਈਕਰੋ ਪ੍ਰੋਸੈਸਰ ਟੈਕਨੋਲੋਜੀ ਹੋਣ ਕਰਕੇ ਇੰਨਾ ਵੇਟ ਨਹੀਂ ਹੁੰਦਾ, ਪਰ ਉਸ ਅਕੋਰਡਿੰਗਲੀ ਆਪਾਂ ਨੇ ਹੁਣ ਸੁਪਰ ਕੰਪਿਊਟਰ ਵੀ ਉਹੋ ਜਿਹੇ ਨਹੀਂ ਰਹੇ, ਇਹਨਾਂ ਦੀ ਵੀ ਪਾਵਰ ਜਿਹੜੀ ਹੈ ਕਈ ਹਜ਼ਾਰ ਗੁਣਾ ਵੱਧ ਚੁੱਕੀ ਆ ਉਸ ਮੁਕਾਬਲੇ ਉਸ ਟਾਈਮ ਦੇ ਮੁਕਾਬਲੇ। ਤਾਂ ਇਹਦੇ ਵਿੱਚ ਇਹਦਾ ਕੰਮ ਕਿੱਥੇ ਲਿਆ ਜਾਂਦਾ? ਸਾਇੰਟੀਫਿਕ ਰਿਸਰਚ ਦੇ ਵਿੱਚ ਇਹਦਾ ਸਭ ਤੋਂ ਵੱਧ ਕੰਮ ਲਿਆ ਜਾਂਦਾ ਹੈ। ਸਪੇਸ ਐਕਸਪਲੋਰੇਸ਼ਨ ਦੇ ਵਿੱਚ ਹੋ ਗਿਆ, ਆਪਣਾ ਕੰਪਲੈਕਸ ਮੈਥਮੈਟੀਕਲ ਕੈਲਕੂਲੇਸ਼ਨ ਦੇ ਵਿੱਚ ਹੋ ਗਿਆ, 3D ਗ੍ਰਾਫਿਕਸ ਦੇ ਲਈ ਹੋ ਗਿਆ। ਜਿਵੇਂ ਕਿ ਇਹ ਆ ਗਿਆ ਭੂਚਾਲ ਦਾ ਡਾਟਾ ਜਿਹੜਾ ਹੈਗਾ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਨੂੰ ਪਤਾ ਹੈ ਧਰਤੀ ਦੇ ਉੱਤੇ ਭੂਚਾਲ ਆਉਂਦੇ ਨੇ, ਤਾਂ ਇਹਨਾਂ ਨੇ ਸਾਇੰਟਿਸਟਾਂ ਨੇ ਅਲੱਗ-ਅਲੱਗ ਜਗ੍ਹਾ 'ਤੇ ਸੈਂਸਰ ਵੀ ਲਾਏ ਹੋਏ ਨੇ। ਸੈਟਲਾਈਟ ਦੇ ਥਰੂ ਵੀ ਮੋਨੀਟਰ ਕੀਤਾ ਜਾ ਰਿਹਾ ਕਿ ਕਿਹੜੇ ਏਰੀਏ ਦੇ ਵਿੱਚ ਹਲਚਲ ਹੋ ਰਹੀ ਹੈ ਪਲੇਟਾਂ ਦੀ। ਤਾਂ ਉੱਥੋਂ ਕੀ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਡਾਟਾ ਲਗਾਤਾਰ ਇਹ ਪ੍ਰੋਸੈਸ ਕਰਦੇ ਰਹਿੰਦੇ ਨੇ, ਅਤੇ ਐਸਟੀਮੇਟ ਵੀ ਲਾਉਂਦੇ ਰਹਿੰਦੇ ਨੇ ਕਿ ਕਿਹੜੀ ਜਗ੍ਹਾ 'ਤੇ ਭੂਚਾਲ ਆ ਸਕਦਾ ਹੈ ਜਾਂ ਕੀ ਆਉਣ ਦੇ ਚਾਂਸ ਹੈਗੇ ਨੇ। ਕਿਉਂਕਿ ਜਦੋਂ ਇੱਕ ਜਗ੍ਹਾ ਦੇ ਉੱਤੇ ਸੁਨਾਮੀ ਆਉਂਦੀ ਹੈ ਜਾਂ ਸਮੁੰਦਰ 'ਚ ਕੋਈ ਹਲਚਲ ਹੁੰਦੀ ਹੈ, ਤਾਂ ਇਹ ਸਾਰਾ ਕੁਛ ਤਾਪਮਾਨ, ਦਬਾਅ ਦੇ ਹਿਸਾਬ ਨਾਲ ਕਈ ਹੋਰ ਪੈਰਾਮੀਟਰ ਦੇ ਆਧਾਰ 'ਤੇ ਵੀ ਐਸਟੀਮੇਟ ਲਾਉਂਦੇ ਨੇ। ਸਿਮੂਲੇਸ਼ਨ ਸਿਸਟਮ ਦੇ ਵਿੱਚ ਇਹ ਹੈਲਪਫੁਲ ਰਹਿੰਦੇ ਨੇ। ਸਿਮੂਲੇਸ਼ਨ ਕੀ ਹੁੰਦਾ ਹੈ? ਕਿਸੇ ਵੀ ਚੀਜ਼ ਨੂੰ ਫਿਜ਼ੀਕਲੀ ਕਰਨ ਤੋਂ ਪਹਿਲਾਂ ਉਹਨੂੰ ਕੰਪਿਊਟਰ ਦੇ ਉੱਤੇ ਇੱਕ ਮਾਡਲਿੰਗ ਬਣਾ ਕੇ ਉਹਨੂੰ ਚਲਾ ਕੇ ਦੇਖਣਾ, ਉਸ ਨੂੰ ਸਿਮੂਲੇਸ਼ਨ ਕਹਿੰਦੇ ਨੇ। ਮਤਲਬ ਏਅਰ ਕਰਾਫਟ, ਜਹਾਜ਼ਾਂ ਦੇ ਜਿਹੜੇ ਨਿਰਮਾਣ ਦੇ ਵਿੱਚ ਉਹਨਾਂ ਨੂੰ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਕੰਪਿਊਟਰ 'ਚ ਚਲਾ ਕੇ ਦੇਖਣਾ ਕਿ ਕਿੰਨਾ ਵੇਟ ਹੋਣਾ ਚਾਹੀਦਾ, ਕਿੰਨੀ ਪਾਵਰਫੁਲ ਇੰਜਨ ਹੋਏਗਾ ਉਹਦਾ, ਉਸ ਤਰ੍ਹਾਂ ਦੀਆਂ ਚੀਜ਼ਾਂ ਡਿਜ਼ਾਈਨ ਕਰਕੇ ਉਹਨੂੰ ਆਰਟੀਫਿਸ਼ੀਅਲੀ ਚਲਾ ਕੇ ਵੇਖਿਆ ਜਾਂਦਾ। ਅਤੇ ਇਹਨੂੰ ਪਾਇਲਟ ਨੂੰ ਟ੍ਰੇਨ ਕਰਨ ਦੇ ਲਈ ਵੀ ਵਰਤਿਆ ਜਾਂਦਾ ਹੈ। ਪਾਇਲਟ ਨੂੰ ਅਸਲੀ ਜਹਾਜ਼ ਫੜਾਉਣ ਤੋਂ ਪਹਿਲਾਂ ਸਿਮੂਲੇਸ਼ਨ ਸਿਸਟਮ 'ਤੇ ਟ੍ਰੇਨ ਕੀਤਾ ਜਾਂਦਾ ਕਿ ਉਹ ਜਹਾਜ਼ ਨੂੰ ਉਡਾਉਣ ਦੇ ਲਈ ਉਹਦੀ ਬਹੁਤ ਟਾਈਮ ਟ੍ਰੇਨਿੰਗ ਹੁੰਦੀ ਹੈ। ਕ੍ਰੈਸ਼ ਸਿਮੂਲੇਸ਼ਨ ਹੋ ਗਿਆ ਕਿਸੇ ਵੀ ਆਟੋਮੋਬਾਈਲ ਵਹੀਕਲ ਦਾ, ਕੰਪਲੈਕਸ ਇੰਜੀਨੀਅਰਿੰਗ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ। ਵੈਦਰ ਫੋਰਕਾਸਟਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਵੈਦਰ ਦੇਖੋ, ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਐਡਵਾਂਸ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਹਫ਼ਤੇ ਦਾ ਜਾਂ ਮਹੀਨੇ ਦਾ ਵੀ ਕਿ ਕਿੱਦਣ ਮੀਂਹ ਪੈਣ ਦੇ ਚਾਂਸ ਹੈ, ਕੀ ਗੱਲਬਾਤ ਹੈ। ਉਹ ਚੀਜ਼ਾਂ ਨੂੰ ਕਿਵੇਂ ਐਸਟੀਮੇਟ ਕੀਤਾ ਜਾਂਦਾ? ਅਸਲ 'ਚ ਉਹਦੇ ਵਿੱਚ ਵੀ ਬਹੁਤ ਵੱਡੇ ਵੋਲੀਅਮ ਦੇ ਵਿੱਚ ਡਾਟਾ ਪ੍ਰੋਸੈਸ ਕਰਨਾ ਪੈਂਦਾ। ਪਿਛਲੇ 10 ਸਾਲਾਂ ਦਾ ਰਿਕਾਰਡ, ਕਿਸੇ ਜਗ੍ਹਾ ਦੀ ਭੂਗੋਲਿਕ ਸਥਿਤੀ ਕੀ ਹੈ, ਉਹਦੇ ਆਲੇ ਦੁਆਲੇ ਵਾਲੇ ਸ਼ਹਿਰਾਂ ਦੇ ਵਿੱਚ ਕੀ ਟੈਂਪਰੇਚਰ ਹੈਗਾ, ਕੀ ਉਹਨਾਂ ਦਾ ਹਵਾ ਦਾ ਦਬਾਅ ਹੈਗਾ, ਨਮੀ ਕਿੰਨੀ ਆ, ਉਹ ਬਹੁਤ ਸਾਰੇ ਪੈਰਾਮੀਟਰ ਦੇ ਆਧਾਰ 'ਤੇ ਕਈ ਸਾਲਾਂ ਦਾ ਡਾਟਾ ਪ੍ਰੋਸੈਸ ਕਰਕੇ ਫਿਰ ਉਹ ਫਿਊਚਰ ਨੂੰ ਪ੍ਰੈਡਿਕਟ ਕਰਨ ਦਾ ਕੰਮ ਕਰਦੇ ਨੇ, ਔਰ ਉਹਦੇ ਵਿੱਚ ਵੀ ਸੁਪਰ ਕੰਪਿਊਟਰ ਦਾ ਰੋਲ ਹੁੰਦਾ। ਸਪੇਸ ਐਕਸਪਲੋਰੇਸ਼ਨ, ਜਿਵੇਂ ਹੁਣ ਜਿਹੜੇ ਸਪੇਸ ਦੇ ਉੱਤੇ ਭੇਜਦੇ ਨੇ ਰੋਬੋਟ ਵਗੈਰਾ ਮੰਗਲ ਗ੍ਰਹਿ ਦੇ ਉੱਤੇ, ਤਾਂ ਪਹਿਲਾਂ ਹੀ ਇੱਕ ਆਰਟੀਫਿਸ਼ੀਅਲ ਇਨਵਾਇਰਮੈਂਟ ਬਣਾ ਕੇ ਕੰਪਿਊਟਰ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਮੰਗਲ ਜਾਂ ਕਿਸੇ ਹੋਰ ਗ੍ਰਹਿ ਦੇ ਉੱਤੇ ਜੇ ਕੋਈ ਜਾਊਗਾ ਬੰਦਾ, ਤਾਂ ਉਹਦੀ ਗ੍ਰੈਵਿਟੀ ਦਾ ਕੀ ਇਫੈਕਟ ਪਊਗਾ, ਜਾਂ ਉੱਥੇ ਕਿੰਨੀ ਕੁ ਡੈਂਸਿਟੀ ਹੈ ਇਨਵਾਇਰਮੈਂਟ ਦੀ, ਕਿਸ ਤਰ੍ਹਾਂ ਦਾ ਮਾਹੌਲ ਹੈਗਾ। ਕਿਉਂਕਿ ਇਹ ਸਾਰੀਆਂ ਚੀਜ਼ਾਂ ਸੈਟਲਾਈਟਸ ਦੇ ਜ਼ਰੀਏ ਪਤਾ ਲਾਈਆਂ ਜਾ ਚੁੱਕੀਆਂ ਨੇ ਕਿ ਕਿਹੜੇ ਗ੍ਰਹਿ ਦੇ ਉੱਤੇ ਕਿਸ ਤਰ੍ਹਾਂ ਦਾ ਇਨਵਾਇਰਮੈਂਟ ਹੈ, ਕਿਸ ਚੀਜ਼ ਦਾ ਉਹ ਬਣਿਆ ਹੋਇਆ, ਕੋਈ ਗੈਸੀ ਗ੍ਰਹਿ ਵੀ ਹੁੰਦਾ, ਕੋਈ ਸੋਲਿਡ ਵੀ ਹੁੰਦਾ। ਤਾਂ ਉੱਥੇ ਸਪੇਸ ਐਕਸਪਲੋਰੇਸ਼ਨ ਦੇ ਪ੍ਰੋਗਰਾਮ ਨੂੰ ਆਰਟੀਫਿਸ਼ਲੀ ਵੀ ਚਲਾਇਆ ਜਾਂਦਾ, ਅਤੇ ਰੋਕਟ ਲਾਂਚ 'ਤੇ ਡਾਟਾ ਇਕੱਠਾ ਕਰਨ ਹੁਣ ਨਾਸਾ ਨੇ ਵਰਗੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਨੇ, ਉਹ ਬਹੁਤ ਵੱਡੀਆਂ ਵੱਡੀਆਂ ਪਿਕਚਰਸ ਟੈਲੀਸਕੋਪ ਲੈਂਦੀਆਂ ਨੇ। ਉਹ ਤੁਸੀਂ ਆਮ ਕੰਪਿਊਟਰ 'ਤੇ ਉਹਨਾਂ ਨੂੰ ਪ੍ਰੋਸੈਸ ਨਹੀਂ ਕਰ ਸਕਦੇ, ਠੀਕ ਹੈ। ਲੱਖਾਂ ਕਰੋੜਾਂ ਹੀ ਪਿਕਸਲ ਹੁੰਦੇ ਨੇ, ਅਰਬਾਂ ਹੀ ਉਹਨਾਂ ਫੋਟੋਆਂ ਦੇ ਵਿੱਚ। ਤਾਂ ਉਹ ਫੋਟੋਆਂ ਨੂੰ ਜਿਹੜਾ ਹੈਗਾ ਪ੍ਰੋਸੈਸ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਫਿਰ ਜੋੜਿਆ ਜਾਂਦਾ ਹੈ। ਤਾਂ ਸਪੇਸ ਐਕਸਪਲੋਰੇਸ਼ਨ ਦਾ ਜਿਹੜਾ ਕੰਮ ਹੈ ਉਹ ਵੀ ਆਪਣਾ ਰੋਕਟ ਲਾਂਚ ਹੋ ਗਿਆ, ਨਿਊਕਲੀਅਰ ਰਿਸਰਚ ਹੋ ਗਈ, ਇਹ ਸਾਰੀ ਸੁਪਰ ਕੰਪਿਊਟਰਸ ਦੇ ਉੱਤੇ ਕੀਤੀ ਜਾਂਦੀ ਹੈ। ਇਹਦੇ ਵਿੱਚ ਕੀ ਹੈ, ਕਾਸਟ ਬਹੁਤ ਪੈਂਦੀ ਹੈ ਅਤੇ ਆਮ ਬੰਦਾ ਇਹਨੂੰ ਅਫੋਰਡ ਨਹੀਂ ਕਰ ਪਾਉਂਦਾ, ਅਤੇ ਕਈ ਸਾਰੇ ਉਪਭੋਗਤਾ ਇੱਕ ਟਾਈਮ 'ਤੇ ਇਹਦੇ 'ਚ ਕੰਮ ਕਰ ਸਕਦੇ ਨੇ। ਹੁਣ ਸੁਪਰ ਕੰਪਿਊਟਰ ਦੀ ਇਹ ਇੱਕ ਫੋਟੋ ਹੈਗੀ ਹੈ। ਅਸਲ ਦੇ ਵਿੱਚ ਇਹ ਇੱਕ ਸੁਪਰ ਕੰਪਿਊਟਰ ਬਹੁਤ ਸਾਰੀਆਂ CPUs ਤੋਂ ਮਿਲ ਕੇ ਬਣਿਆ ਹੁੰਦਾ। ਜਿਵੇਂ ਉਰੇ ਇਹ ਬਾਕਸ ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚੋਂ ਇੱਕ ਟਰੇ ਜੀ ਇਹ ਬਾਹਰ ਕੱਢ ਰਹੇ ਨੇ, ਉਹ ਇੱਕ ਟਰੇ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਕਿੰਨੇ ਚਿੱਪਾਂ ਲੱਗੀਆਂ ਹੋਈਆਂ ਨੇ, ਠੀਕ ਹੈ। ਤਾਂ ਇਹ ਇੱਕ ਸੁਪਰ ਕੰਪਿਊਟਰ ਦੇ ਵਿੱਚ ਪੂਰੀ, ਜੇ ਆਪਾਂ ਗੱਲ ਕਰੀਏ ਸਾਰੇ ਕਮਰੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ CPU ਲੱਗੇ ਹੋਏ ਨੇ, ਜਿਹੜੇ ਕਿ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਨੇ। ਅਗਲਾ ਸਿਸਟਮ ਆਪਣੇ ਕੋਲ ਕਲਾਇੰਟ ਸਰਵਰ ਦਾ ਹੈਗਾ। ਇਹਦੇ ਵਿੱਚ ਕੀ ਹੁੰਦਾ, ਇੱਕ ਸਰਵਰ ਕੰਪਿਊਟਰ ਬਣਾਇਆ ਜਾਂਦਾ ਜਿਹਦੇ ਉੱਤੇ ਪ੍ਰੋਗਰਾਮ ਚਲਾਏ ਜਾਂਦੇ ਨੇ, ਅਤੇ ਜਿਹੜੇ ਵੀ ਕੰਪਿਊਟਰ ਨੂੰ ਇਹਨਾਂ ਪ੍ਰੋਗਰਾਮਾਂ ਦੀ ਜ਼ਰੂਰਤ ਪੈਂਦੀ ਹੈ ਕਿਸੇ ਕਲਾਇੰਟ ਨੂੰ, ਉਹ ਆਪਦੇ ਕੰਪਿਊਟਰ ਤੋਂ ਕਮਾਂਡ ਦਿੰਦਾ ਇੱਕ ਇੰਟਰਫੇਸ ਦੇ ਥਰੂ, ਅਤੇ ਸਰਵਰ ਤੋਂ ਕੰਮ ਕਰਾਉਂਦਾ। ਬੇਸਿਕਲੀ ਸਰਵਰ ਇੱਕ ਸੈਂਟਰਲਾਈਜ਼ਡ ਕੰਪਿਊਟਰ ਹੁੰਦਾ ਹੈ। ਆਪਾਂ ਇਹਦੀ ਡਾਇਗਰਾਮ ਦੇਖਦੇ ਹਾਂ ਪਹਿਲਾਂ।
ਤੇ ਇਹ ਮੰਨ ਲਓ ਮੇਰੇ ਕੋਲ ਫਾਈਲ ਸਰਵਰ ਹੈ, ਕੋਈ ਡਾਟਾਬੇਸ ਸਰਵਰ ਹੈ, ਤਾਂ ਇੰਟਰਨੈਟ ਜਾਂ LAN ਦੇ ਥਰੂ ਅਲੱਗ-ਅਲੱਗ ਕੰਪਿਊਟਰ ਉਹਦੇ ਤੋਂ ਕੰਮ ਕਰਵਾ ਰਹੇ ਨੇ। ਜਿਵੇਂ ਆਪਾਂ ਅੱਜ ਕੱਲ੍ਹ ਇਹਦੀ ਇੱਕ ਐਗਜ਼ਾਮਪਲ ਦੇਖਦੇ ਹਾਂ, ਗੂਗਲ ਨੇ ਜਿਵੇਂ YouTube ਹੋ ਗਿਆ, ਜਾਂ ਆਪਾਂ ਕਹਿ ਦਈਏ ਗੂਗਲ ਡਾਕਸ ਹੋ ਗਿਆ, ਤੁਸੀਂ ਕੋਈ ਵੀ ਡਾਕੂਮੈਂਟ ਲਿਖਣਾ ਹੈ ਤਾਂ ਉਹ ਗੂਗਲ ਡਾਕਸ 'ਤੇ ਜਾ ਕੇ ਬਣਾ ਸਕਦੇ ਹੋ, ਉਹਦੇ 'ਤੇ ਟਾਈਪਿੰਗ ਕਰ ਸਕਦੇ ਹੋ। ਉਹ ਪ੍ਰੋਗਰਾਮ ਚੱਲ ਸਰਵਰ ਦੇ ਉੱਤੇ ਰਿਹਾ, ਤੇ ਬਰਾਊਜ਼ਰ ਦੀ ਵਿੰਡੋ ਦੇ ਵਿੱਚ ਮੇਰੇ ਕੋਲੇ ਉਹਦਾ ਇੱਕ ਇੰਟਰਫੇਸ ਬਣਾਇਆ ਗਿਆ। ਕਲਾਇੰਟ ਕੰਪਿਊਟਰ ਕੋਈ ਵੀ ਹੋ ਸਕਦਾ ਜਿਹੜਾ ਉਹਦੀ ਉਸ ਸਰਵਿਸ ਨੂੰ ਵਰਤ ਰਿਹਾ। ਤਾਂ ਇਹਦੇ ਵਿੱਚ ਇੱਕ ਤਾਂ ਜ਼ਰੂਰੀ ਹੈਗਾ ਇੰਟਰਫੇਸ ਹੁੰਦਾ, ਮੁਹੱਈਆ ਕਰਾਇਆ ਜਾਂਦਾ। ਕਲਾਇੰਟ ਕੋਈ ਵੀ ਪੀਸੀ ਹੋ ਸਕਦਾ, ਮੇਰਾ ਲੈਪਟਾਪ ਹੋ ਸਕਦਾ, ਮੇਰਾ ਪੀਸੀ ਹੋ ਸਕਦਾ ਹੈ, ਮੇਰਾ ਮੇਨ ਫਰੇਮ ਹੋ ਸਕਦਾ ਹੈ ਕਲਾਇੰਟ ਦਾ। ਤੇ ਇੰਟਰਨੈਟ ਦੀ ਜ਼ਰੂਰਤ ਇਹਦੇ 'ਚ ਪੈਂਦੀ ਹੈ, LAN ਜਾਂ WAN ਕਿਸੇ ਤਰੀਕੇ ਨਾਲ ਉਹਨੂੰ ਉਹ ਸਰਵਰ ਨਾਲ ਕਨੈਕਟ ਕੀਤਾ ਹੋਣਾ ਚਾਹੀਦਾ। ਤੇ ਅਗਲੇ ਆਉਂਦੇ ਆਪਣੇ ਕੋਲ ਕੈਟਾਗਰੀ ਹੈਂਡ ਹੈਲਡ ਸਿਸਟਮ ਦੀ। ਜਿਵੇਂ ਇਹਦਾ ਨਾਮ ਹੀ ਦੱਸਦਾ ਹੈ ਕਿ ਇਹਨੂੰ ਹੱਥ 'ਚ ਫੜ ਕੇ ਆਪਾਂ ਵਰਤ ਸਕਦੇ ਹਾਂ। ਜਿਵੇਂ ਕਿ ਆਪਣੇ ਹੋ ਗਏ ਟੈਬਲੇਟ ਪੀਸੀ ਸੀਗੇ, ਲੈਪਟਾਪ ਤੋਂ ਛੋਟੇ ਆਕਾਰ ਦੇ ਸੀਗੇ ਇਹ ਕੰਪਿਊਟਰ। ਉਰੇ ਇਸ ਦੀ ਇੱਕ ਡਾਇਗਰਾਮ ਵੀ ਬਣੀ ਹੋਈ ਹੈ, ਜਿਵੇਂ ਆਪਣੇ ਜਮੈਟਰੀ ਬਾਕਸ ਜਿਹਾ ਹੁੰਦਾ ਹੈ ਉਸ ਟਾਈਪ ਦਾ, ਉਸ ਤੋਂ ਥੋੜ੍ਹੇ ਜਿਹੇ ਵੱਡੇ, ਪਰ ਲੈਪਟਾਪ ਤੋਂ ਛੋਟੇ ਸਾਈਜ਼ ਦੇ ਵੀ ਇਹ ਪਹਿਲਾਂ ਚੱਲਿਆ ਕਰਦੇ ਸੀਗੇ। ਇੱਕ ਆ ਗਏ PDA ਪਾਕਟ PC। ਇਹ ਕੀ ਹੁੰਦੇ ਨੇ? ਇੱਕ ਇਸ ਤਰ੍ਹਾਂ ਦੀ ਛੋਟੀ ਜਿਹੀ ਡਿਵਾਈਸ ਹੁੰਦੀ ਹੈ ਜਿਹੜੀ ਕਿ ਪਰਸਨਲ ਕੰਮਾਂ ਦੇ ਲਈ ਵਰਤ ਸਕਦੇ ਹਾਂ। ਕੋਈ ਨੋਟ ਕਰਨਾ ਹੈ, ਕੋਈ ਚੀਜ਼ ਡਾਇਰੀ ਵਾਂਗੂ, ਜਿਵੇਂ ਆਪਾਂ ਪਹਿਲਾਂ ਆਪਣੇ ਪੁਰਾਣੇ ਬਜ਼ੁਰਗ ਡਾਇਰੀ ਰੱਖਿਆ ਕਰਦੇ ਸੀ ਜੇਬ 'ਚ, ਫ਼ੋਨ ਨੰਬਰਾਂ ਨੂੰ ਜਾਂ ਕੋਈ ਚੀਜ਼ ਵੈਸੇ ਲਿਖਣੀ ਆ ਉਹਨਾਂ ਨੂੰ ਰਿਕਾਰਡ ਕਰਨ ਦੇ ਲਈ, ਹਿਸਾਬ ਕਿਤਾਬ ਰੋਜ਼ ਦਾ ਰੱਖਣਾ। ਤਾਂ ਉਸੇ ਚੀਜ਼ ਦਾ ਇੱਕ ਡਿਜੀਟਲ ਵਰਜ਼ਨ ਤਿਆਰ ਕੀਤਾ ਗਿਆ ਸੀ, ਜਿਸ 'ਚ ਮੈਂ ਅਲਾਰਮ ਲਾ ਸਕਦਾ ਸੀਗਾ, ਮੈਂ ਰਿਮਾਈਂਡਰ ਸੈੱਟ ਕਰ ਸਕਦਾ ਸੀ। ਅੱਜ ਕੱਲ੍ਹ ਵੈਸੇ ਉਹਦੀ ਸਾਰੀ ਜਗ੍ਹਾ ਆਪਣੇ ਮੋਬਾਈਲ ਫੋਨਾਂ ਨੇ ਲੈ ਲਈ ਹੈ। ਅਤੇ ਅਗਲੀ ਜਿਹੜੀ ਕੈਟਾਗਰੀ ਹੈਗੀ ਹੈ ਹੈਂਡ ਹੈਲਡ ਦੀ, ਉਹ ਹੈਗੀ ਹੈ ਮੋਬਾਈਲ ਫੋਨ, ਜਾਂ ਆਪਾਂ ਕਹਿ ਦਈਏ ਸਮਾਰਟਫੋਨ। ਆਪਾਂ ਸਾਰਿਆਂ ਨੇ ਵਰਤੀ ਹੈ। ਹੁਣ ਇਹ ਬੇਸਿਕਲੀ PDA ਦੇ ਸਾਰੇ ਫੀਚਰ ਇਹਦੇ ਵਿੱਚ ਹੀ ਆ ਗਏ ਨੇ। ਸਮਾਰਟਫੋਨ ਦੇ ਵਿੱਚ ਮੈਂ ਟਾਈਪਿੰਗ ਕਰਕੇ ਕੁਛ ਲਾ ਸਕਦਾ, ਅਲਾਰਮ ਲਾ ਸਕਦਾ, ਰਿਮਾਈਂਡਰ ਲਾ ਸਕਦਾ। ਉਹੀ PDA ਦੀ ਜਿਹੜੀ ਹੈਗੀ ਹੈ ਉਹ ਲਗਭਗ ਮਾਰਕੀਟ 'ਚੋਂ ਖਤਮ ਹੋ ਗਏ ਨੇ ਇਹ। ਤਾਂ ਇਹ ਇੱਕ ਮੋਟਾ ਜਿਹਾ ਟੇਬਲ ਬਣਾਇਆ ਹੋਇਆ ਕੰਪੈਰੀਜ਼ਨ ਕਰਨ ਵਾਸਤੇ ਸਾਰੇ ਹੀ ਟਾਈਪ ਦੇ ਕੰਪਿਊਟਰਸ ਨੂੰ। ਤਾਂ ਇਹਦੇ ਵਿੱਚ ਕੁਝ ਲਏ ਨੇ ਨੋਟਬੁੱਕ PC, ਵਰਕਸਟੇਸ਼ਨ, ਮੇਨ ਫਰੇਮ, ਸੁਪਰ ਕੰਪਿਊਟਰ, ਕਲਾਇੰਟ ਸਰਵਰ ਅਤੇ ਹੈਂਡ ਹੈਲਡ। ਉਹਨਾਂ ਦਾ ਸਾਈਜ਼ ਕਿੰਨਾ? ਸਾਈਜ਼ ਆਪਾਂ ਨੂੰ ਪਤਾ ਹੈਂਡ ਹੈਲਡ ਦਾ ਸਭ ਤੋਂ ਛੋਟਾ ਵੈਰੀ ਸਮਾਲ, ਅਤੇ ਉਸ ਤੋਂ ਬਾਅਦ PC ਦਾ ਸਮਾਲ ਹੈ, ਨੋਟਬੁੱਕ ਦਾ ਵੀ ਸਮਾਲ ਹੈ, ਕਿਉਂਕਿ ਇਹਨਾਂ ਨੂੰ ਇੱਕ ਕਮਰਾ ਜਾਂ ਇੱਕ ਮੇਜ਼ ਦੇ ਉੱਤੇ, ਜਾਂ ਇਹਨੂੰ ਤਾਂ ਪੋਰਟੇਬਲ ਵੀ ਹੈਗੇ ਨੇ ਨੋਟਬੁੱਕ ਤਾਂ ਇਹਨਾਂ ਨੂੰ ਤਾਂ ਆਪਾਂ ਕਿਤੇ ਵੀ ਚੱਕ ਕੇ ਲੈ ਕੇ ਜਾ ਸਕਦੇ ਹਾਂ ਹੈਂਡ ਹੈਲਡ 'ਤੇ ਮੇਰੇ ਨੋਟਬੁੱਕ ਨੂੰ। ਅਤੇ ਮੇਨ ਫਰੇਮ ਵਾਸਤੇ ਕਮਰਿਆਂ ਦੀ ਲੋੜ ਪੈਂਦੀ ਹੈ। ਕਲਾਇੰਟ PC ਕੋਈ ਵੀ ਹੋ ਸਕਦਾ। ਕਲਾਇੰਟ PC ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਨਾਲ ਕੋਈ ਉਹਦਾ ਲੈਣਾ ਦੇਣਾ ਨਹੀਂ। ਮੈਂ ਈਵਨ ਕਿ ਹੈਂਡ ਹੈਲਡ ਡਿਵਾਈਸ ਤੋਂ ਸਰਵਰ ਦੇ ਨਾਲ ਕਨੈਕਟ ਕਰ ਸਕਦਾ, ਅਤੇ ਮੈਂ PC ਜਾਂ ਨੋਟਬੁੱਕ ਤੋਂ ਵੀ ਕਨੈਕਟ ਕਰ ਸਕਦਾ। ਤਾਂ ਕਲਾਇੰਟ ਕੰਪਿਊਟਰ ਦੀ ਵੀ ਆਪਾਂ ਸਮਾਲ ਸਾਈਜ਼ ਦਾ ਹੀ ਲੈ ਕੇ ਚੱਲਦੇ ਹਾਂ। ਪ੍ਰੋਸੈਸਿੰਗ ਪਾਵਰ ਇਹਨਾਂ ਦੀ ਲੋ ਹੁੰਦੀ ਹੈ ਨਾਰਮਲ, ਕਿਉਂਕਿ ਆਮ ਘਰਾਂ ਦੇ ਵਿੱਚ ਕੰਮ ਕਰਨੇ ਆ ਜਾਂ ਫੋਨ ਵਗੈਰਾ ਦੇ। ਵਰਕ ਸਟੇਸ਼ਨ ਦੀ ਹਾਈ ਹੁੰਦੀ ਹੈ। ਮੈਂ ਤੁਹਾਨੂੰ ਦੱਸਿਆ ਸੀ ਵਰਕ ਸਟੇਸ਼ਨ ਸਪੈਸ਼ਲ ਕੰਮ ਵਾਸਤੇ, ਵੀਡੀਓ ਐਡੀਟਿੰਗ, ਰਿਕਾਰਡਿੰਗ ਸਟੂਡੀਓ ਵਗੈਰਾ ਹੋ ਗਏ, ਜਾਂ ਆਰਕੀਟੈਕਟ ਦਾ ਜਿਹੜਾ ਇੰਜੀਨੀਅਰਿੰਗ ਡਿਜ਼ਾਈਨ ਹੈਗਾ ਉਹ ਹੈਗਾ। ਮੇਨ ਫਰੇਮ ਉਸ ਤੋਂ ਵੱਧ ਹੁੰਦੀ ਹੈ, ਅਤੇ ਹਾਈਐਸਟ ਹੈਗੀ ਆਪਣੇ ਇੱਥੇ ਸੁਪਰ ਕੰਪਿਊਟਰ ਦੀ। ਸਰਵਰਸ ਦੀ ਵੀ ਹਾਈ ਹੁੰਦੀ ਹੈ ਨਾਰਮਲ ਕੰਪਿਊਟਰ ਨਾਲੋਂ। ਡਿਸਕ ਸਪੇਸ ਦਾ ਜਿਹੜਾ ਹੈਗੀ ਹੈ ਪਰਸਨਲ ਕੰਪਿਊਟਰਸ ਦੇ ਵਿੱਚ ਲੋ ਹੁੰਦੀ ਹੈ, ਅਤੇ ਜਿਹੜੇ ਵਰਕ ਸਟੇਸ਼ਨ, ਮੇਨ ਫਰੇਮ, ਅਤੇ ਸਭ ਤੋਂ ਵੱਧ ਆਪਾਂ ਕਹਿ ਦਈਏ ਕਿ ਮੇਨ ਫਰੇਮ ਜਾਂ ਸੁਪਰ ਕੰਪਿਊਟਰ ਦੇ ਵਿੱਚ ਲਈ ਜਾਂਦੀ ਹੈ। ਤਾਂ ਇਸ ਕੈਟਾਗਰੀ ਦੇ ਆਧਾਰ 'ਤੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਅੱਡ ਫੀਚਰ ਨੇ ਇਹ ਤੁਸੀਂ ਦੇਖ ਲਿਓ ਡਿਟੇਲ ਦੇ ਵਿੱਚ। ਇਹਨਾਂ ਦੇ ਵਿੱਚ ਆਪਣਾ ਮੋਨੀਟਰ ਹੁੰਦਾ, ਕਿਉਂਕਿ ਲਗਾਉਣਾ ਪੈਂਦਾ ਇੱਕ ਸਿੰਗਲ ਯੂਜ਼ਰ ਨੇ। ਇਹਦੇ ਵਿੱਚ ਮੋਨੀਟਰ ਨਹੀਂ ਹੁੰਦਾ ਹੈਂਡ ਹੈਲਡ ਡਿਵਾਈਸ ਦੇ ਵਿੱਚ। ਇਹਦੇ ਵਿੱਚ ਆਪਾਂ ਕਹਿ ਦਈਏ ਕਿ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਇੱਥੇ ਲਿਖਿਆ ਹੋਇਆ ਸਮਾਲ ਡਿਸਪਲੇ ਹੁੰਦੀ ਹੈ, ਮੋਨੀਟਰ ਨਹੀਂ ਲੱਗਦਾ, ਸਮਾਲ ਡਿਸਪਲੇ ਇਹਦੇ ਵਿੱਚ ਹੀ ਲਾਈ ਹੁੰਦੀ ਹੈ। ਅਤੇ ਜਿਹੜਾ ਕਲਾਇੰਟ ਕੰਪਿਊਟਰ ਹੈ ਉਹਦਾ ਹੁੰਦਾ, ਅਤੇ ਮੇਨ ਫਰੇਮ ਅਤੇ ਸੁਪਰ ਕੰਪਿਊਟਰ ਇਹਨਾਂ ਦੇ ਵਿੱਚ ਡਿਸਪਲੇ ਨਹੀਂ ਹੁੰਦੀ, ਨਾ ਹੀ ਮੋਨੀਟਰ ਹੁੰਦਾ। ਇਹ ਅਸਲ ਦੇ ਵਿੱਚ ਬਾਕੀ ਕੰਪਿਊਟਰ ਨੂੰ ਇੰਟਰਫੇਸ ਬਣਾ ਕੇ ਇਹਨਾਂ ਦੇ ਨਾਲ ਕਨੈਕਟ ਕੀਤਾ ਜਾਂਦਾ, ਮੇਨ ਫਰੇਮ ਦੇ ਨਾਲ, ਚਾਹੇ ਉਹ ਸੁਪਰ ਕੰਪਿਊਟਰ ਹੈ। ਇਹਨਾਂ ਦੀ ਆਪਣੀ ਜਨਰਲੀ ਕੋਈ ਵੀ ਡਿਸਪਲੇ ਵਗੈਰਾ ਨਹੀਂ ਲਾਈ ਜਾਂਦੀ, ਅਤੇ ਦੂਸਰੇ ਕੰਪਿਊਟਰਾਂ ਦੇ ਨਾਲ ਕਨੈਕਟ ਕਰਕੇ ਇਹਨਾਂ ਨੂੰ ਵਰਤਿਆ ਜਾਂਦਾ। ਡਿਸਪਲੇ ਫੈਸਿਲਿਟੀ ਮੀਡੀਅਮ ਆ ਗਈ, ਇਹਦੇ 'ਚ ਲਾਰਜ ਹੁੰਦੀ ਹੈ, ਹਾਈ ਰੈਜ਼ੋਲੂਸ਼ਨ ਇਹਨਾਂ 'ਚ ਹੁੰਦੀ ਨਹੀਂ, ਅਤੇ ਮੀਡੀਅਮ ਟੂ ਲਾਰਜ ਹੋ ਸਕਦੀ ਹੈ। ਇਹ ਫੀਚਰ ਦੇਖਣ ਵਾਲਾ ਹੈਗਾ ਕਿ ਕਿੰਨੇ ਪ੍ਰੋਸੈਸਰ ਹੁੰਦੇ ਨੇ। ਵੈਸੇ ਪੁਰਾਣੇ ਉਹਦੇ ਹਿਸਾਬ ਨਾਲ ਹੈ, ਕਿਉਂਕਿ ਅੱਜ ਕੱਲ੍ਹ ਫੋਨਾਂ ਦੇ ਵਿੱਚ ਵੀ ਜਿਹੜੇ ਹੈਗੇ ਨੇ ਮਲਟੀਪਲ ਪ੍ਰੋਸੈਸਰ ਆਉਣ ਲੱਗ ਗਏ। ਇਹਨਾਂ ਨੇ ਇਹਦੇ ਵਿੱਚ ਸਿੰਗਲ ਹੀ ਲਿਖਿਆ ਰੱਖਿਆ। ਨੋਟਬੁੱਕ PC ਦੇ ਵਿੱਚ ਮਲਟੀਪਲ ਪ੍ਰੋਸੈਸਰ ਇਹਨਾਂ ਦੇ ਵਿੱਚ ਵੀ ਅੱਜ ਕੱਲ੍ਹ ਆਉਣ ਲੱਗ ਗਏ। ਸਿੰਗਲ ਪ੍ਰੋਸੈਸਰ ਕੋਈ ਵੀ ਡਿਵਾਈਸ ਨਹੀਂ ਹੁੰਦੀ, ਪਰ ਸੁਪਰ ਕੰਪਿਊਟਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਹੁੰਦੇ। ਆਪਾਂ ਕਹਿ ਸਕਦੇ ਹਾਂ ਮੇਨ ਫਰੇਮ ਦੇ ਵਿੱਚ 1000 ਤੱਕ ਹੁੰਦੀ ਹੈ, ਅਤੇ ਵਰਕ ਸਟੇਸ਼ਨ 'ਤੇ ਆਪਾਂ ਕਹਿ ਦਈਏ ਕਿ 32 ਕੋਰ ਜਾਂ 120 ਕੋਰ, 8 ਕੋਰ ਤੱਕ ਦੇ ਪ੍ਰੋਸੈਸਰ ਹੈਗੇ ਨੇ। ਨੋਟਬੁੱਕ PC ਦੇ ਵਿੱਚ ਆਪਣੇ ਕੋਲ 8 ਕੋਰ ਤੱਕ ਅਵੇਲੇਬਲ ਹੈਗੇ ਨੇ, 8 ਕੋਰ, 16 ਕੋਰ ਹੁੰਦੀ ਹੈ ਨੰਬਰ ਆਫ ਪ੍ਰੋਸੈਸਿਸ ਕਿ ਕਿੰਨੇ ਹੈਗੇ ਨੇ ਇਹਦੇ 'ਚ। ਅਤੇ ਸਿੰਗਲ ਯੂਜ਼ਰ ਜਾਂ ਮਲਟੀ ਯੂਜ਼ਰ, ਨੋਟਬੁੱਕ PC ਸਿੰਗਲ ਯੂਜ਼ਰ ਨੇ, ਇਹ ਵੀ ਸਿੰਗਲ ਯੂਜ਼ਰ ਹੈ, ਅਤੇ ਕਲਾਇੰਟ ਅਤੇ ਹੈਂਡ ਹੈਲਡ ਸਿੰਗਲ ਯੂਜ਼ਰ ਨੇ। ਸਰਵਰ 'ਤੇ ਕਿਉਂਕਿ ਇਕੱਠੇ ਰਿਕੁਐਸਟ ਭੇਜਦੇ ਨੇ ਬਹੁਤ ਸਾਰੇ, ਸਰਵਰ 'ਤੇ ਸੁਪਰ ਕੰਪਿਊਟਰ ਅਤੇ ਮੇਨ ਫਰੇਮ ਆਪਣੇ ਕੋਲ ਮਲਟੀ ਯੂਜ਼ਰ ਨੇ। ਇਹ ਇਹਨਾਂ ਦੇ ਉੱਤੇ ਚੱਲਣ ਵਾਲੇ ਓਪਰੇਟਿੰਗ ਸਿਸਟਮ ਆ ਗਏ। ਸਰਵਰ ਦੇ ਉੱਤੇ ਜ਼ਿਆਦਾਤਰ ਯੂਨਿਕਸ ਪਹਿਲਾਂ ਕੰਮ ਕਰਿਆ ਜਾਂਦਾ ਸੀ, ਪਰ ਅੱਜ ਕੱਲ੍ਹ ਹੁਣ ਵਿੰਡੋਜ਼ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ਸਰਵਰ ਦੇ ਉੱਪਰ ਵੀ। ਅਤੇ ਇਹ ਆ ਕੇ ਮੋਬਾਈਲ ਦੇ ਓਪਰੇਟਿੰਗ ਸਿਸਟਮ, ਸੈਂਪੀਅਨ ਹੋ ਗਿਆ, ਲੀਨਕਸ ਹੋ ਗਿਆ। ਇਹਦੇ ਵਿੱਚ ਮੇਰਾ ਐਂਡਰੋਇਡ ਓਪਰੇਟਿੰਗ ਸਿਸਟਮ ਵੀ ਸ਼ਾਮਲ ਹੈ, ਜਾਂ ਆਪਾਂ ਕਹਿ ਦਈਏ ਕਿ ਮੈਕ ਓਪਰੇਟਿੰਗ ਸਿਸਟਮ ਜਿਹੜਾ ਐਪਲ ਵੱਲੋਂ ਚੱਲਦਾ।
ਹੁਣ ਇਹਨਾਂ ਦੇ ਕੰਮ ਕਿਸ ਤਰ੍ਹਾਂ ਦੇ ਲਏ ਜਾਂਦੇ ਨੇ ਇਹਨਾਂ ਤੋਂ, ਇਹ ਪੁਆਇੰਟ ਦੇਖਣ ਵਾਲਾ ਹੈ ਜ਼ਰੂਰੀ, ਕਿਉਂਕਿ ਨਾਰਮਲ ਨੋਟਬੁੱਕ 'ਤੇ ਆਪਾਂ ਕਹਿ ਦਈਏ PC ਤੋਂ ਆਪਾਂ ਆਮ ਕੰਮ ਜਿਹੜੇ ਵਰਡ ਪ੍ਰੋਸੈਸਿੰਗ ਦਾ ਹੋ ਗਿਆ, ਠੀਕ ਹੈ, ਇੰਡੀਵਿਜੂਅਲ ਨੀਡ ਵਾਸਤੇ ਉਹ ਵਰਤ ਲੈਂਦੇ ਆ, ਡਾਟਾ ਐਂਟਰੀ ਦਾ ਕਰਨਾ, ਵੈਬਸਾਈਟ ਚਲਾਉਣੀ ਆ, ਪ੍ਰੈਜੈਂਟੇਸ਼ਨ ਦਿਖਾਉਣੀ ਹੈ। ਪਰ ਵਰਕ ਸਟੇਸ਼ਨ 'ਤੇ ਥੋੜ੍ਹਾ ਜਿਹਾ ਐਡਵਾਂਸ ਲੈਵਲ ਦਾ ਕੰਮ ਹੁੰਦਾ, ਜਿਹਦੇ ਵਿੱਚ ਹਾਈ ਪ੍ਰੋਸੈਸਿੰਗ ਪਾਵਰ ਦੀ ਜ਼ਰੂਰਤ ਪੈਂਦੀ ਹੈ, ਸਿਮੂਲੇਸ਼ਨ ਸਿਸਟਮ, ਆਰਕੀਟੈਕਟ ਵਗੈਰਾ ਦਾ ਕੰਮ ਚਲਾਉਣਾ ਹੈ। ਮੇਨ ਫਰੇਮ ਸਿਸਟਮ ਦੇ ਵਿੱਚ ਜਿਹੜੀਆਂ ਜੌਬਸ ਹੁੰਦੀਆਂ ਨੇ ਉਹ IO ਬਾਊਂਡ ਹੁੰਦੀਆਂ ਨੇ, ਜਿਹਦੇ ਵਿੱਚ ਡਾਟਾ ਦਾ ਲੈਣ ਦੇਣ ਜ਼ਿਆਦਾ ਹੁੰਦਾ, ਜਿਵੇਂ ਬੈਂਕਾਂ ਦੀ ਐਗਜ਼ਾਮਪਲ ਆਪਾਂ ਕਰੀ ਸੀਗੀ। ਸੁਪਰ ਕੰਪਿਊਟਰ ਦੇ ਵਿੱਚ ਲਾਰਜ ਸਾਇੰਟੀਫਿਕ ਰਿਸਰਚ ਦਾ ਕੰਮ ਹੁੰਦਾ, ਕਲਾਇੰਟ ਦਾ ਉੱਤੇ ਕੋਈ ਬੜਾ ਲੋਡ ਨਹੀਂ ਹੁੰਦਾ, ਇਹ ਜਸਟ ਇੱਕ ਇੰਟਰਫੇਸ ਹੁੰਦਾ ਜਿਹੜਾ ਕਿਸੇ ਵੀ ਕੰਪਿਊਟਰ 'ਤੇ ਚਲਾ ਸਕਦੇ ਹੋ, ਉਹ ਕਿਸੇ ਵੀ ਕੈਟਾਗਰੀ ਦਾ ਹੋ ਸਕਦਾ ਹੈ। ਅਤੇ ਸਰਵਰ ਆਪਾਂ ਨੂੰ ਪਤਾ ਹੈ ਕਿ ਇਹਨੇ ਬਹੁਤ ਸਾਰੀਆਂ ਆਪਦੇ ਰਿਸੋਰਸ ਨੂੰ ਬਾਕੀ ਯੂਜ਼ਰ ਦੇ ਵਿੱਚ ਸ਼ੇਅਰ ਕਰਨਾ ਹੈ, ਆਪਦੀ ਸਟੋਰੇਜ ਨੂੰ ਔਰ ਆਪਦੇ ਪ੍ਰੋਗਰਾਮਸ ਨੂੰ। ਅਤੇ ਹੈਂਡਹੈਲਡ ਡਿਵਾਈਸ ਦੇ ਵਿੱਚ ਕੋਈ ਪਰਸਨਲ ਇਨਫੋਰਮੇਸ਼ਨ ਮੈਨੇਜਮੈਂਟ ਦਾ ਕੰਮ ਹੈ, ਜਿਹੜਾ ਕੈਮਰਾ ਹੋ ਗਿਆ ਜਾਂ ਸੈੱਲਫੋਨ ਹੋ ਗਿਆ ਜਾਂ ਇਹਦੇ 'ਚ ਕੰਟੈਕਟ ਬੁੱਕ ਹੋ ਗਈ, ਇਸ ਤਰ੍ਹਾਂ ਦੀਆਂ ਚੀਜ਼ਾਂ ਸਟੋਰ ਕਰਕੇ ਰੱਖੀਆਂ ਜਾਂਦੀਆਂ ਨੇ। ਅਤੇ ਇਹਨਾਂ ਦੀਆਂ ਕੰਪਨੀਆਂ ਨੇ ਮੇਜਰ ਕਿਹੜੀਆਂ ਬਣਾਉਂਦੀਆਂ ਨੇ। ਵੈਸੇ ਹੁਣ ਤਾਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਕੰਪਨੀਆਂ ਆ ਗਈਆਂ ਲੈਪਟਾਪ ਵਗੈਰਾ ਦੀਆਂ, ਲੈਨੋਵੋ ਹੋ ਗਈ, IBM, ਕੰਪੈਕਟ, HP ਅਤੇ ਸਨ ਮਾਈਕਰੋ ਸਿਸਟਮ ਜਿਹੜੀ ਹੈਗੀ ਇਹ ਵੀ ਪੁਰਾਣੀ ਕੰਪਨੀ ਹੈ ਬਹੁਤ ਜ਼ਿਆਦਾ, ਇਹ ਵਰਕ ਸਟੇਸ਼ਨ ਬਣਾਉਣ ਦਾ ਕੰਮ ਕਰਦੀ ਸੀਗੀ। ਮੇਨ ਫਰੇਮ ਦੀ ਆ ਗਈ IBM ਕੰਪਨੀ, ਲਗਭਗ ਸਾਰੇ ਕਿਤੇ ਨੇ ਰਿਸਰਚ ਔਰ ਮੈਨੂਫੈਕਚਰਿੰਗ ਦਾ ਕੰਮ ਕੀਤਾ ਹੋਇਆ। ਅਤੇ ਇਹਦੇ ਵਿੱਚ ਹੁਣ ਜਿਹੜੇ ਮੋਬਾਈਲ ਫੋਨ ਨੇ, ਸੋਨੀ, ਮੋਟਰੋਲਾ, HP, ਵੈਸੇ ਸੈਮਸੰਗ ਹੋ ਗਈ, ਐਪਲ ਹੋ ਗਈ, ਇਹ ਕੰਪਨੀਆਂ ਵੀ ਹੈਂਡਹੈਲਡ ਡਿਵਾਈਸਿਸ ਨੇ, ਉਹਨਾਂ ਨੂੰ ਬਣਾਉਣ ਦਾ ਕੰਮ ਕਰਦੀਆਂ ਨੇ। ਤਾਂ ਇਹ ਚਾਰਟ ਤੋਂ ਤੁਹਾਨੂੰ ਮੋਟਾ ਆਈਡੀਆ ਡਿਟੇਲ 'ਚ ਹੋ ਗਿਆ ਹੋਣਾ ਕਿ ਕਿਹੜੀ ਡਿਵਾਈਸ, ਕਿਸ ਤਰ੍ਹਾਂ ਦਾ ਕੰਪਿਊਟਰ ਕੀ ਕੰਮ ਕਰਦਾ, ਕੀ ਉਹਦੇ ਫੀਚਰ ਹੁੰਦੇ ਨੇ। ਤਾਂ ਇਹ ਹੁਣ ਆਪਾਂ MCQ ਦੇਖਦੇ ਹਾਂ, ਉੱਪਰ ਜਿਹੜੇ ਆਪਾਂ ਡਿਸਕਸ ਕੀਤੇ ਸੀਗੇ। ਵਿਚ ਕੰਪਿਊਟਰ ਵਰਕਸ ਔਨ 0 and 1, ਇਹਦਾ ਆ ਜਾਊਗਾ ਡਿਜੀਟਲ ਕੰਪਿਊਟਰ। ਮਿਨੀ ਕੰਪਿਊਟਰ ਦੇ ਵਿੱਚ ਕਿਉਂਕਿ ਮਲਟੀਪਲ ਯੂਜ਼ਰ ਆ ਸਕਦੇ ਨੇ, ਅੱਜ ਕੱਲ੍ਹ ਤਾਂ ਵੈਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਆ ਜਾਂਦੇ ਨੇ, ਪਰ ਮੈਕਸਿਮਮ ਜਿਹੜਾ ਹੈਗਾ ਉਹਦੇ 'ਚ 250 ਅਵੇਲੇਬਲ ਹੈਗਾ, ਤਾਂ ਇਹ ਰਿਜ਼ਲਟ ਆਪਾਂ ਲਾ ਸਕਦੇ ਹਾਂ। ਦੇਖੋ ਕੰਪਿਊਟਰ ਦੇ ਵਿੱਚ ਕਿਉਂਕਿ ਇਹ ਚੇਂਜਿੰਗ ਟੈਕਨੋਲੋਜੀ ਹੈ, ਇਹ ਹਰ ਦਿਨ ਚੇਂਜ ਹੁੰਦੀ ਹੈ। ਕੁਝ ਕੁ ਚੀਜ਼ਾਂ ਨੇ ਜਿਹੜੀਆਂ ਉਹ ਪੁਰਾਣੇ ਉਹਦੇ ਹਿਸਾਬ ਨਾਲ ਨਹੀਂ ਫਿੱਟ ਬੈਂਦੀਆਂ ਹੁੰਦੀਆਂ, ਕੁਝ ਕੁ ਕੁਐਸਚਨ ਇਹਨਾਂ ਦੇ ਵਿੱਚ ਐਵੇਂ ਦੇ ਆ ਜਾਂਦੇ ਨੇ ਜਿਹੜੇ ਪਹਿਲਾਂ ਕੁਝ ਹੋਰ ਸੀਗੀ ਉਸ ਦਾ ਰਿਜ਼ਲਟ, ਅਤੇ ਟਾਈਮ ਦੇ ਹਿਸਾਬ ਨਾਲ ਉਹਨਾਂ ਚੀਜ਼ਾਂ ਦਾ ਰਿਜ਼ਲਟ ਚੇਂਜ ਹੋ ਗਿਆ, ਠੀਕ ਹੈ। ਤਾਂ ਇਹਦੇ ਵਿੱਚ ਕੁਝ ਕੁ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਫਿਕਸ ਨਹੀਂ ਹੁੰਦੀਆਂ। ਤਾਂ ਵਰਕ ਸਟੇਸ਼ਨ ਜਨਰਲੀ ਕੰਮ ਵਿਦ ਵਰਕ ਸਟੇਸ਼ਨ ਦੀ ਆਪਾਂ ਗੱਲ ਕਰਕੇ ਆਏ ਸੀ ਕਿ ਇਹਦੇ 'ਚ ਹਾਈ ਰੈਜ਼ੋਲੂਸ਼ਨ ਹੁੰਦੀ ਹੈ ਵਰਕ ਸਟੇਸ਼ਨ। ਅਤੇ ਅਗਲਾ ਕੁਐਸਚਨ ਹੈ ਮੇਨ ਫਰੇਮ ਦਾ, ਕੰਪਿਊਟਰ ਆਰ ਲੋਅਰ ਟੂ ਮੇਨ ਫਰੇਮ ਕੰਪਿਊਟਰਸ ਇਨ ਟਰਮ ਆਫ ਸਪੀਡ। ਤਾਂ ਇਹਦਾ ਆਨਸਰ ਆਪਾਂ ਮਿਨੀ ਕੰਪਿਊਟਰ ਲਿਖਾਂਗੇ, ਕਿਉਂਕਿ ਮਿਨੀ ਕੰਪਿਊਟਰ ਜਿਹੜੇ ਨੇ ਉਹ ਮੇਨ ਫਰੇਮ ਤੋਂ ਘੱਟ ਲੈਵਲ ਦੇ ਨੇ, ਪਰ ਮੇਨ ਫਰੇਮ ਕਿਉਂਕਿ ਅੱਜ ਕੱਲ੍ਹ ਨਹੀਂ ਵਰਤੇ ਜਾਂਦੇ, ਉਹਨਾਂ ਦਾ ਕੰਮ ਮਿਨੀ ਕੰਪਿਊਟਰ ਨਹੀਂ ਵਰਤੇ ਜਾਂਦੇ, ਮੇਨ ਫਰੇਮ ਤੋਂ ਹੀ ਉਹਨਾਂ ਦਾ ਕੰਮ ਚਲਾਇਆ ਜਾਂਦਾ। PDA ਆਰ ਸੋ ਕਾਲਡ ਹੈਂਡਹੈਲਡ, ਇਹਨਾਂ ਨੂੰ ਹੈਂਡਹੈਲਡ ਡਿਵਾਈਸ ਵੀ ਕਿਹਾ ਜਾਂਦਾ। ਵਿਚ ਆਫ ਥੀਸ ਡਜ਼ ਨਾਟ ਸਪੋਰਟ ਮਲਟੀਪਲ ਯੂਜ਼ਰ ਕਿਹਦੇ 'ਚ ਨਹੀਂ ਹੁੰਦੇ, ਮੇਨ ਫਰੇਮ 'ਚ ਵੀ ਹੁੰਦੇ ਆ, ਮਿਨੀ 'ਚ ਵੀ ਹੁੰਦੇ ਆ। ਆਪਣਾ ਆਨਸਰ ਜਿਹੜਾ ਹੈ ਆ ਜਾਏਗਾ ਵਰਕ ਸਟੇਸ਼ਨ ਦੇ ਵਿੱਚ ਯੂਜ਼ਲੀ ਸਿੰਗਲ ਯੂਜ਼ਰ ਹੀ ਕੰਮ ਕਰਦਾ। ਵੈਦਰ ਫੋਰਕਾਸਟਿੰਗ ਦਾ ਕੰਮ ਆਪਾਂ ਸੁਪਰ ਕੰਪਿਊਟਰ ਤੋਂ ਲੈਂਦੇ ਹਾਂ, ਜਿਹੜੀ ਸਾਇੰਟੀਫਿਕ ਰਿਸਰਚ ਵਾਸਤੇ ਹੁੰਦੇ ਨੇ। ਤਾਂ ਨੀਚੇ ਆਪਣੇ ਕੋਲ ਕੁਝ ਕੁ MCQ ਹੋਰ ਨੇ। ਪਰਸਨਲ ਕੰਪਿਊਟਰਸ ਆਰ ਡਿਜ਼ਾਈਨਡ ਐਜ਼ ਅ ਸਿੰਗਲ ਯੂਜ਼ਰ ਸਿਸਟਮ, ਇਹ ਟਰੂ ਹੈ। ਸੁਪਰ ਕੰਪਿਊਟਰ ਆਰ ਵੈਰੀ ਐਕਸਪੈਂਸਿਵ, ਇਹ ਵੀ ਟਰੂ ਹੈ। ਕਾਮਨ ਓਪਰੇਟਿੰਗ ਸਿਸਟਮ, ਇਹ ਵੀ ਟਰੂ ਹੈ। ਵਰਕ ਸਟੇਸ਼ਨ 'ਤੇ ਯੂਨਿਕਸ 'ਤੇ ਵਿੰਡੋਜ਼ ਕੰਮ ਕਰਦੇ ਨੇ। ਵਿਚ ਇਜ਼ ਐਕਸਟ੍ਰੀਮਲੀ ਫਾਸਟ ਕੰਪਿਊਟਰ ਵਿਚ ਕੈਨ ਐਗਜ਼ੀਕਿਊਟ ਹੰਡਰਡਸ ਆਫ ਮਿਲੀਅਨ ਇੰਸਟਰਕਸ਼ਨ ਪਰ ਸੈਕਿੰਡ। ਸੁਪਰ ਕੰਪਿਊਟਰ ਦਾ ਆਨਸਰ ਆ ਜੂ, ਕਿਉਂਕਿ ਸਭ ਤੋਂ ਫਾਸਟ, ਐਕਸਟ੍ਰੀਮਲੀ ਫਾਸਟ ਡਿਵਾਈਸ ਇਹੀ ਹੈ। ਇਹ ਡੈਸ਼ ਕੈਨ ਡਿਫਾਈਨ ਐਜ਼ ਅ ਸਮਾਲ ਰਿਲੇਟਿਵਲੀ ਇਨਐਕਸਪੈਂਸਿਵ ਕੰਪਿਊਟਰ ਡਿਜ਼ਾਈਨਡ ਫॉर ਇੰਡੀਵਿਜੂਅਲ ਯੂਜ਼ਰ। ਇੱਕ ਬੰਦੇ ਦੇ ਕੰਮ ਕਰਨ ਵਾਸਤੇ ਸਸਤਾ ਕੰਪਿਊਟਰ ਕਿਹੜਾ ਹੈਗਾ, ਇੱਥੋਂ ਆਪਾਂ ਪਰਸਨਲ ਕੰਪਿਊਟਰ ਇਹਦਾ ਆਨਸਰ ਆ ਜਾਊਗਾ, ਕਿਉਂਕਿ ਸਿੰਗਲ ਯੂਜ਼ਰ ਕੰਮ ਕਰਦਾ ਔਰ ਜਨਰਲ ਪਰਪਜ਼ ਹੁੰਦਾ ਕੰਪਿਊਟਰ, ਇਹਦੇ 'ਤੇ ਕੋਈ ਵੀ ਕੰਮ ਆਪਾਂ ਚਲਾ ਸਕਦੇ ਹਾਂ। ਵਿਚ ਆਫ ਫੋਲੋਇੰਗ ਇਜ਼ ਨਾਟ ਏ ਟਾਈਪ ਆਫ ਕੰਪਿਊਟਰ ਔਨ ਦਾ ਬੇਸਿਸ ਆਫ ਓਪਰੇਸ਼ਨ ਦੇ ਆਧਾਰ 'ਤੇ ਜਾਂ ਪ੍ਰਿੰਸੀਪਲ ਦੇ ਆਧਾਰ 'ਤੇ ਆਪਣੇ ਕੋਲ ਆਹ 3 ਤਰ੍ਹਾਂ ਦੇ ਕੰਪਿਊਟਰ ਆਪਾਂ ਵੇਖ ਕੇ ਆਏ, ਸੋ ਇਹਦਾ ਆਨਸਰ ਰਿਮੋਟ ਆ ਜਾਊਗਾ। ਰਿਮੋਟ ਇੱਕ ਕੰਪਿਊਟਰ ਦੀ ਟਾਈਪ ਨਹੀਂ ਹੈਗੀ। ਰਿਮੋਟ ਯੂਜ਼ਰ ਵਰਕ ਔਨ ਐਨਾਲੌਗ ਕੰਟੀਗੂਅਸ ਰੇਂਜ ਆਫ ਵੈਲਿਊਜ਼, ਇਹ ਗਲਤ ਹੈ, ਇਹਦਾ ਆਨਸਰ ਫਾਲਸ ਆ ਜਾਊਗਾ, ਕਿਉਂਕਿ ਇਹ ਸਟੇਟਮੈਂਟ ਗਲਤ ਹੈ। ਤਾਂ ਇਹਦੀ ਕਲੈਰੀਫਿਕੇਸ਼ਨ ਇਹ ਕਿ ਕੰਟੀਨਿਊਸ ਰੇਂਜ ਆਫ ਡਾਟਾ ਕੀ ਹੁੰਦਾ, ਜਿਹਦੇ ਵਿੱਚ ਹਲਕੀ ਜਿਹੀ ਵੇਰੀਏਸ਼ਨ ਵੀ ਨੋਟਿਸੇਬਲ ਹੋਵੇ। ਤਾਂ ਇਹ ਜਿਹੜੇ ਮੈਂ ਗੱਲ ਪਿੱਛੇ ਕਰਕੇ ਆਇਆ ਸੀ, ਟੈਂਪਰੇਚਰ ਹੋ ਗਏ, ਇਹ ਕੰਟੀਨਿਊਸ ਰੇਂਜ ਦੇ ਵਿੱਚ ਆਉਂਦੇ ਨੇ। ਜਿਹੜੇ ਡਿਜੀਟਲ ਸਿਸਟਮ ਹੁੰਦੇ ਨੇ ਉਹ ਡਿਸਕ੍ਰੀਟ ਰੇਂਜ 'ਤੇ ਕੰਮ ਕਰਦੇ ਨੇ। ਆਪਾਂ ਅਗਲੇ ਲੈਕਚਰਾਂ ਦੇ ਵਿੱਚ ਦੇਖਾਂਗੇ ਇਹਨਾਂ ਨੂੰ। ਇਹ ਕੰਪਿਊਟਰ ਦੈਟ ਆਪਰੇਟ ਔਨ ਡਿਜੀਟਲ ਡਾਟਾ, ਦਿਸ ਟਾਈਪ ਆਫ ਕੰਪਿਊਟਰ ਮੋਸਟਲੀ ਯੂਜ਼ਡ ਇਨ ਆਟੋਮੈਟਿਕ ਆਪਰੇਸ਼ਨ। ਮੈਂ ਤੁਹਾਨੂੰ ਦੱਸਿਆ ਸੀ ਆਟੋਮੈਟਿਕ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਹਾਈਬ੍ਰਿਡ ਸਿਸਟਮ ਕੰਮ ਕਰਦਾ, ਜਿਹਦੇ ਵਿੱਚ ਐਨਾਲੌਗ ਕੰਪੋਨੈਂਟ ਆ ਜਿਹੜਾ ਉਹ ਲਗਾਤਾਰ ਡਾਟਾ ਰੀਡ ਕਰਦਾ ਰਹਿੰਦਾ, ਜਨਰੇਟ ਕਰਦਾ ਰਹਿੰਦਾ, ਅਤੇ ਜਿਹੜਾ ਡਿਜੀਟਲ ਕੰਪੋਨੈਂਟ ਆ ਉਹ ਉਸ ਡਾਟੇ ਨੂੰ ਪ੍ਰੋਸੈਸ ਕਰਕੇ ਕੋਈ ਨਾ ਕੋਈ ਡਿਸੀਜਨ ਲੈਂਦਾ ਰਹਿੰਦਾ। ਡੈਸ਼ ਆਰ ਯੂਜ਼ਡ ਫॉर ਸੋਲਵਿੰਗ ਕੰਪਲੈਕਸ ਐਪਲੀਕੇਸ਼ਨ ਸੱਚ ਐਜ਼ ਗਲੋਬਲ ਵੈਦਰ ਫੋਰਕਾਸਟਿੰਗ। ਤਾਂ ਇਹਦਾ ਰਿਜ਼ਲਟ ਸੁਪਰ ਕੰਪਿਊਟਰ ਆ ਗਿਆ, ਵੈਦਰ ਫੋਰਕਾਸਟਿੰਗ ਲਈ ਵਰਤੇ ਜਾਂਦੇ ਨੇ। ਦਾ ਇਨਵੈਂਸ਼ਨ ਆਫ ਡੈਸ਼
ਗਿਵ ਬਰਥ ਟੂ ਮਚ ਚੀਪਰ ਮਾਈਕਰੋ ਕੰਪਿਊਟਰਸ। ਕਿਸ ਦੀ ਇਨਵੈਂਸ਼ਨ ਦੇ ਨਾਲ ਮਾਈਕਰੋ ਕੰਪਿਊਟਰ ਬਹੁਤ ਸਸਤੇ ਹੋ ਗਏ? ਤਾਂ ਉਹਦਾ ਆਨਸਰ ਹੈ ਮਾਈਕਰੋ ਪ੍ਰੋਸੈਸਰ। ਮਾਈਕਰੋ ਪ੍ਰੋਸੈਸਰ ਜਿਹੜੇ ਨੇ ਇੰਟੀਗ੍ਰੇਟਡ ਸਰਕਟ ਦੇ ਬਣੇ ਹੁੰਦੇ ਨੇ, ਆਈਸੀ ਕਹਿ ਦਿੰਦੇ ਆਪਾਂ ਸ਼ਾਰਟ 'ਚ। ਤਾਂ ਜਦੋਂ ਮਾਈਕਰੋ ਪ੍ਰੋਸੈਸਰ ਇਨਵੈਂਟ ਹੋਏ ਜਿਹਦੇ ਕਰਕੇ ਕੰਪਿਊਟਰਸ ਦਾ ਸਸਤੇ ਹੋਣੇ ਸ਼ੁਰੂ ਹੋਏ ਬਹੁਤ ਜ਼ਿਆਦਾ। ਦੇ ਕੈਨ ਆਪਰੇਟ ਔਨ ਬੈਟਰੀਜ਼ ਐਂਡ ਹੈਂਸ ਵੈਰੀ ਪਾਪੂਲਰ ਵਿਦ ਟਰੈਵਲਰਸ। ਇੱਥੇ ਆ ਗਿਆ ਲੈਪਟਾਪ। ਲੈਪਟਾਪ ਨੇ ਜਿਹੜੇ ਉਹ ਬੈਟਰੀ 'ਤੇ ਚੱਲਦੇ ਨੇ ਅਤੇ ਟਰੈਵਲਰ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਕੁਐਸਚਨ। ਪਰਸਨਲ ਡਿਜੀਟਲ ਅਸਿਸਟੈਂਟ, ਇਹਦੀ ਫੁੱਲ ਫਾਰਮ ਹੈ PDA ਸਟੈਂਡਸ ਫੋਰ। ਤਾਂ ਪਰਸਨਲ ਡਿਜੀਟਲ ਅਸਿਸਟੈਂਟ ਸੀ ਇਹਦਾ ਆਨਸਰ ਆ ਜਾਊਗਾ। ਇਸ ਡਿਵਾਈਸ ਦੀ ਫੁੱਲ ਫਾਰਮ ਹੈ PDA ਇਜ਼ ਆਲਸੋ ਕਾਲਡ ਹੈਂਡ ਹੈਲਡ, ਆ ਜਾਊਗਾ, ਆਪਾਂ ਉੱਪਰ ਦੇਖ ਕੇ ਆਏ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅੱਗੇ ਆਪਾਂ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਇਸ ਸੀਰੀਜ਼ ਦੇ ਵਿੱਚ।